सतनाम श्री वाहिगुरु साहिब जियो। वाहिगुरु जियो। दुखन गावो सुख भी गावो, मार्ग पंथ समारी। सत संगत मैं विश्वास होए, हर जीवत मरत संगारी। जन नानक कोए दान देवो, पावो संत रेण उर तारी। सरबनी कथा नैन दरस पेखो, मस्तक गुरु चरनारी। जन नानक को एहो दान देहो, प्रभ पावो संत रेन उर तारी। जा सरवणी कथा नैन दरस पेखो, मस्तक गुर चरनारी। सत्कार सहित परम सत्कारयोग साध संगत जो फतेह प्रवान करनी। वाहिगुरु जी का खालसा, वाहिगुरु जी की फतेह। निरंकार किरपा कर रहे ने जो अजे पैरिਆਂ ਦੀ ही बाणी चल रही है। सब तो पहला निरंकार सच्चे पातशाह उन्हां दे दो शब्द, उस तो उपरंत चौथे पातशाह धन धन गुरु रामदास महाराज सच्चे पातशाह का एक शब्द। आओ हुण इस वेले गुरु निरंकार धन 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 गुरु अर्जन देव महाराज सच्चे पातशाह जी कृपा करके इस पहरिਆਂ ਦਾ ਸਾਨੂੰ ਹੋਰ ਗਿਆन ਦਿੰਦੇ ਹਨ। श्री राग महला पंजवां। पहले पहरा रैण कैवण जारिया मित्रा, तर पायता उदरै माहे। सतगुर किरपा करके कहते ने, संसार दे जीवो तेरी जिंदगी ਨੂੰ ਕੁਝ ਹਿੱਸਿਆਂ ਦੇ ਵਿੱਚ ਪ੍ਰਮਾਤਮਾ ਨੇ ਵੰਡ ਦਿੱਤਾ ਹੈ। ਤੇਰਾ ਜਿਹੜਾ ਇੱਥੇ ਜੀਵਨ ਦਾ ਤੇ ਜੋ ਤੂੰ ਸਵਾਸ ਲਿਖਾ ਕੇ ਆਇਆ ਹੈ, ਜਿਹੜਾ ਸਮਾਂ ਤੂੰ ਇਸ ਸੰਸਾਰ ਦੇ ਉੱਤੇ ਰਹਿਣਾ, ਇਸ ਨੂੰ ਮਾਲਿਕ ਨੇ ਕੁਝ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। 4 ਹਿੱਸੇ ਕੀਤੇ ਨੇ, ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਰੇ ਰੂਪ ਦਿੱਤੇ ਹੈ, ਪਹਿਰਿਆਂ ਦਾ ਨਾਮ ਦਿੱਤਾ ਹੈ ਇਸ ਸਮੇਂ ਨੂੰ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਰਾਤ ਦੀ ਗੱਲ ਕਰਦੇ ਨੇ। ਇਹਦਾ ਮਤਲਬ ਹੈ ਹਨੇਰੀ। ਜੀਵਨ ਦੇ ਵਿੱਚ ਹਨੇਰ ਬੜਾ ਹੈ। ਹਨੇਰ ਹੋਣ ਕਾਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਗਿਆਨ ਬਖਸ਼ਿਸ਼ ਕਰ ਕਰਕੇ, ਆਪਣੀ ਮਿਹਰ ਕਰਕੇ, ਆਪਣੀ ਰਹਿਮਤ ਕਰਕੇ ਸਾਨੂੰ ਹਨੇਰ ਦੇ ਵਿੱਚੋਂ ਕੱਢ ਕੇ ਜੀਵਨ ਦੇ ਵਿੱਚ ਗਿਆਨ ਦੀ ਰੋਸ਼ਨੀ ਪ੍ਰਗਟ ਕਰਦੇ ਨੇ। ਜਿਸ ਰੋਸ਼ਨੀ ਦੇ ਨਾਲ ਅਸੀਂ ਸੁਚੇਤ ਹੋ ਕੇ, ਜਿਸ ਰੋਸ਼ਨੀ ਦੇ ਨਾਲ ਅਸੀਂ ਆਪਣੇ ਸਹੀ ਮਾਰਗ ਨੂੰ ਟੋੜ ਲਈਏ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਵਣਜਾਰਿਆਂ ਦੀ ਹੀ ਗੱਲ ਕਰਦੇ ਨੇ। ਪਹਿਲਾਂ ਆਪਾਂ ਵਣਜਾਰਿਆਂ ਦਾ ਉਹ ਰੂਪ ਦੇਖਿਆ ਜਿਹੜਾ ਕਿ ਜਿਸ ਤਰ੍ਹਾਂ ਆਪਾਂ ਗੱਡੀਆਂ ਵਾਲੇ ਕਹਿ ਦਿੰਦੇ ਹਾਂ, ਜਿਨ੍ਹਾਂ ਦਾ ਇੱਕ ਜਗ੍ਹਾ ਦੇ ਉੱਤੇ ਟਿਕਾਣਾ ਨਹੀਂ ਹੁੰਦਾ। ਦੂਸਰਾ ਹੁੰਦਾ ਜਿਹੜੇ ਸੰਸਾਰ ਦੇ ਉੱਤੇ ਵਣਜ ਕਰ ਰਹੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਹਿੰਦੇ ਨੇ ਕਿ ਇਹ ਸੰਸਾਰ ਦੇ ਉੱਤੇ ਸੱਚੇ ਨਾਮ ਦੀ ਵਣਜ ਕਰਨ ਆਏ ਹੋਏ ਜੀਵ, ਸਭ ਤੋਂ ਪਹਿਲਾਂ ਤੂੰ ਇਸ ਤਰ੍ਹਾਂ ਅਨੁਭਵ ਕਰ, ਇਸ ਦਾ ਗਿਆਨ ਪਹਿਲਾਂ ਲੈ ਕਿ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਹੀ ਤੇਰੇ ਉੱਤੇ ਕਿਰਪਾ ਹੈ, ਜਿਹਦੇ ਕਰਕੇ ਤੂੰ ਇਸ ਸੰਸਾਰ ਦੇ ਉੱਤੇ ਤੇਰਾ ਆਉਣਾ ਬਣਿਆ। ਇਸ ਤੇਰੀ ਆਤਮਾ ਨੂੰ ਇੱਥੇ ਆ ਕੇ ਸ਼ੁਭ ਕਰਮ ਕਰਨ ਵਾਸਤੇ ਆਪਣੇ ਕੀਤੇ ਹੋਏ ਪਿਛਲੇ ਜਿਹੜੇ ਕਰਮ ਲੇਖ ਨੇ ਉਹਨਾਂ ਨੂੰ ਮਿਟਾ ਕੇ
ਔਰ ਉੱਚੇ ਸੁੱਚੇ ਕਰਮ ਬਣਾ ਕੇ, ਲੇਖ ਬਣਾ ਕੇ ਉਹ ਪ੍ਰੀਤਮ ਦੇ ਵਿੱਚ ਅਭੇਦ ਹੋ ਜਾਣ ਵਾਸਤੇ ਤੈਨੂੰ ਇਹ ਜੀਵਨ ਬਖਸ਼ਿਸ਼ ਕੀਤਾ ਹੈ। ਸੋ ਕਹਿੰਦੇ ਨੇ ਰਾਏ ਜਿਹੜੀ ਰਾਤ ਹੈ, ਰਾਤ ਦਾ ਜਿਹੜਾ ਪਹਿਲਾ ਹਿੱਸਾ ਹੈ ਉਹਦੇ ਵਿੱਚ ਹਨੇਰਾ ਹੈ। ਕਹਿੰਦੇ ਪਹਿਲਾਂ ਜਿਸਲੇ ਸਤਿਗੁਰਾਂ ਨੇ ਪਹਿਲੇ ਰਾਤ ਦੇ ਹਿੱਸੇ ਦੇ ਵਿੱਚ, ਪਹਿਰ ਦੇ ਵਿੱਚ ਤੇਰਾ ਮਾਤਾ ਦੇ ਉਦਰ ਦੇ ਵਿੱਚ ਆਉਣਾ ਕਰ ਦਿੱਤਾ। ਦਸੀ ਮਾਸੀ ਮਾਨਸ ਕੀਆ ਬਣ ਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਤਾ ਦਾ ਖੂਨ, ਪਿਤਾ ਦਾ ਬਿੰਦ, ਦੋ ਚੀਜ਼ਾਂ ਦਾ ਮਿਲਾਪ ਉੱਥੇ ਹੋਇਆ। ਉਹ ਮਿਲਾਪ ਹੋਣ ਦੇ ਨਾਲ ਤੇਰਾ ਟਿਕਾ ਮਾਤਾ ਦੇ ਗਰਭ ਦੇ ਵਿੱਚ ਹੋ ਗਿਆ। ਹੁਣ ਪ੍ਰੀਤਮ ਜੀ ਉਸੇ ਹੀ ਦਿਨ ਤੋਂ ਤੇਰੀ ਦੇਖਭਾਲ ਕਰਨ ਵਾਸਤੇ, ਤੈਨੂੰ ਹਰ ਤੱਤ ਤੋਂ ਬਚਾਉਣ ਲਈ, ਭਿਆਨਕ ਅਗਨ ਤੋਂ ਬਚਾਉਣ ਵਾਸਤੇ ਸਤਿਗੁਰਾਂ ਨੇ ਰਹਿਮਤ ਕਰਨੀ ਸ਼ੁਰੂ ਕਰ ਦਿੱਤੀ। ਤੇਰਾ ਸਰੂਪ ਬਣਨਾ ਸ਼ੁਰੂ ਹੋ ਗਿਆ। ਕਹਿੰਦੇ ਤੈਂ 10 ਮਹੀਨੇ, ਗੁਰੂ ਨਿਰੰਕਾਰ ਇੱਥੇ 10 ਮਹੀਨਿਆਂ ਦੀ ਗੱਲ ਕਰਦੇ ਨੇ। 10 ਮਹੀਨੇ ਤੈਂ ਮਾਤਾ ਦੇ ਰੁਦਰ ਦੇ ਵਿੱਚ ਆਪਣਾ ਸਮਾਂ ਬਤਾਇਆ। ਔਰ ਜਿਸਲੇ ਤੂੰ 10 ਮਹੀਨਿਆਂ ਦਾ ਉੱਥੇ ਸਮਾਂ ਬਤਾਇਆ, ਉਸ ਵੇਲੇ ਤੇਰਾ ਸਾਬਤ ਸੂਰਤ, ਇਹ ਸਰੀਰ ਦਾ ਢਾਂਚਾ ਉਹ ਅਕਾਲ ਪੁਰਖ ਨੇ ਤਿਆਰ ਕਰ ਦਿੱਤਾ। ਕਰਨ ਤੋਂ ਬਾਅਦ ਕਹਿੰਦੇ ਫਿਰ ਕੀ ਹੋਇਆ, ਤੂੰ ਜਿਹੜਾ ਸਮਾਂ ਉਸ ਮਾਲਕ ਨੇ ਤੈਨੂੰ ਮੁਕਰ ਕੀਤਾ ਸੀ, ਜਿਹੜਾ ਸਮਾਂ ਸਵਾਸੇ ਤੈਨੂੰ ਗਿਣ ਕੇ ਦਿੱਤੇ ਸਨ, ਜਿਹਦਾ ਗਿਆਨ ਤੈਨੂੰ ਕੋਈ ਨਹੀਂ, ਵੀ ਪਤਾ ਨਹੀਂ ਕਿੰਨੇ ਸਵਾਸ ਲਿਖੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ, ਇਹ ਉਸ ਪ੍ਰੀਤਮ ਨੇ ਤੇਰੀ ਡੋਰੀ ਆਪਣੇ ਹੱਥ ਰੱਖੀ ਹੋਈ ਹੈ। ਨਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਜਗਤ ਦੇ ਵਿੱਚ ਜਿਹੜੇ ਤੇਰੇ ਕਰਮ ਨੇ, ਜਿਹੜੇ ਤੂੰ ਕਾਰਜ ਕਰਨੇ ਨੇ, ਉਹ ਤੇਰੇ ਲੇਖ, ਉਹ ਵੀ ਸਾਨੂੰ ਉਹਨਾਂ ਦਾ ਵੀ ਗਿਆਨ ਨਹੀਂ, ਉਹ ਵੀ ਪ੍ਰੀਤਮ ਨੇ ਆਫਤ ਦੇ ਵਿੱਚ ਰੱਖੇ ਹੋਏ ਨੇ। ਜਿਹੜੇ ਤੇ ਇੱਥੇ ਕਰਮ ਕਮਾਣੇ ਹਨ ਤੇ ਜਿਨ੍ਹਾਂ ਵੀ ਸਮਾਂ ਤੂੰ ਇੱਥੇ ਰਹਿਣਾ ਉਹ ਦੇ ਦਿੱਤਾ। ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਜਿੰਨਾ ਸਮਾਂ ਸਤਿਗੁਰਾਂ ਨੇ ਤੇਰਾ ਸੰਸਾਰ ਦੇ ਉੱਤੇ ਲਿਖ ਦਿੱਤਾ, ਉਹ ਤੂੰ ਲਿਖਾ ਕੇ ਸੰਸਾਰ ਦੇ ਉੱਤੇ ਆਇਆ। ਔਰ ਜਿਹੜੇ ਤੂੰ ਲੇਖ ਵੀ ਨੇ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਕੋਈ ਨਹੀਂ, ਉਹ ਵੀ ਤੂੰ ਧੁਰੋਂ ਲਿਖਾ ਕੇ ਆਇਆ। ਔਰ ਲਿਖਾ ਕੇ ਆਉਣ ਤੋਂ ਉਪਰੰਤ ਉਸੇ ਤਰ੍ਹਾਂ ਦੇ ਇੱਥੇ ਕਾਰਜ ਕਰ ਰਿਹਾ ਜੋ ਤੈਨੂੰ ਪਰਮਾਤਮਾ ਨੇ ਧੁਰੋਂ ਦਰਗਾਹ ਤੋਂ ਲਿਖਿਆ ਕੇ ਭੇਜਿਆ ਹੈ। ਮਾਤ ਪਿਤਾ ਪਾਈ ਸੁਤ ਬਨਤਾ, ਤਿੰਨ ਪੀਤਰ ਪ੍ਰਭੂ ਸੰਜੋਇਆ। ਹੁਣ ਮਾਲਕ ਸੱਚੇ ਪਾਤਸ਼ਾਹ ਨੇ ਤੈਨੂੰ ਸੰਸਾਰ ਤੇ ਆਉਂਦੇ ਦੇ ਉੱਤੇ ਤੈਨੂੰ ਇੱਕ ਭਰਮ ਦੇ ਵਿੱਚ ਪਾ ਦਿੱਤਾ, ਸਮਝ ਲੈ, ਜਾਂ ਇੱਕ ਮਾਇਆ ਦੇ ਰੂਪ ਦੇ ਵਿੱਚ, ਮਾਇਆ ਦੇ ਜਾਲ ਦੇ ਵਿੱਚ ਤੈਨੂੰ ਫਸਾ ਦਿੱਤਾ। ਹੁਣ ਇਹ ਕਾਹਤੇ ਫਸਾਇਆ ਇਸ ਕਰਕੇ ਕਿ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਮਾਤ ਗਰਭ ਦੇ ਵਿੱਚ ਤੇਰੀ ਰਖਵਾਲੀ ਕਰ ਰਹੇ ਸਨ, ਹੁਣ ਵੀ ਉਹਨਾਂ ਨੇ ਕਰਤਾ ਪੁਰਖ ਬਣ ਕੇ ਤੇਰੀ ਰਖਵਾਲੀ, ਤੇਰੇ ਅੰਦਰ ਹੀ ਆਪਣੀ ਜੋਤ ਟਿਕਾਈ। ਜਿਹੜਾ ਇਹ ਸਰੀਰ ਦਾ ਢਾਂਚਾ ਹੈ ਭਾਈ, ਜੇ ਇਹਦੇ ਅੰਦਰ ਜਿੰਦਰਾ ਹੋਵੇ, ਅਕਾਲ ਪੁਰਖ ਦੀ ਜੋਤ ਨਾ ਹੋਵੇ, ਇਹਦੀ ਕੀਮਤ ਕੋਈ ਨਹੀਂ, ਇਹਦੀ ਪਹਿਚਾਣ ਕੋਈ ਨਹੀਂ। ਪਰ ਆਤਮਾ ਦੀ ਇਹ ਤੋਂ ਬਗੈਰ ਪਹਿਚਾਣ ਕੋਈ ਨਹੀਂ। ਜੇ ਇਹ ਢਾਂਚਾ ਹੀ ਨਹੀਂ ਹੈ, ਸੋਹਣਾ ਸਰੀਰ ਹੀ ਨਹੀਂ ਮਾਲਕ ਨੇ ਸੰਪੂਰਨ ਤੌਰ ਤੇ ਬਣਾਇਆ, ਤੇ ਅੰਦਰ ਜਿਹੜੀ ਸਾਡੇ ਆਤਮਾ, ਫਿਰ ਉਹਦੀ ਵੀ ਕੋਈ ਕਦਰ ਨਹੀਂ। ਇਹ ਦੋਨਾਂ ਦਾ ਆਪਸ ਵਿੱਚ ਮਿਲਾਪ ਹੈ। ਮਿਲਾਪ ਇਸ ਤਰ੍ਹਾਂ ਵੀ ਜੋ ਅੰਦਰੋਂ ਨਿਰਗੁਣ ਸਰੂਪ ਸਾਨੂੰ ਗਿਆਨ ਦਿੰਦਾ, ਸਰਗੁਣ ਸਰੂਪ ਉਹੀ ਕਰਦਾ ਹੈ। ਸੋ ਇਹਨਾਂ ਦੋਨਾਂ ਦਾ ਬਹੁਤ ਆਪਸ ਵਿੱਚ ਗੂੜਾ ਮਿਲਾਪ ਹੈ ਭਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੇ ਤੂੰ ਕਰਮ ਕਮਾਉਣ ਵਾਸਤੇ ਸਮਾਂ ਲੈ ਕੇ ਸੰਸਾਰ ਦੇ ਉੱਤੇ ਆਇਆ, ਜਿਹੜਾ ਤੂੰ ਲਿਖਿਆ ਹੋਇਆ ਤੇਰੇ ਮੱਥੇ ਦੇ ਉੱਤੇ, ਉਸੇ ਹੀ ਤਰ੍ਹਾਂ ਤੂੰ ਇਸ ਸੰਸਾਰ ਤੇ ਕਰਮ ਕਮਾਵੇਂਗਾ। ਕਰਮ ਸੋ ਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੀ। ਹੁਣ ਮਾਲਕ ਨੇ ਭੁਲੇਖੇ ਦੇ ਵਿੱਚ ਪਾ ਦਿੱਤਾ ਨਾ ਆਉਂਦੇ ਜੀਵ ਨੂੰ। ਮਾਂ ਪਿਓ, ਭਰਾ, ਪੁੱਤਰ, ਧੀਆਂ, ਇਸਤਰੀ, ਇਹ ਸਾਰੇ ਸੰਬੰਧੀ ਤੇਰੇ ਬਣਾ ਦਿੱਤੇ, ਇਹਨਾਂ ਦੇ ਨਾਲ ਤੇਰਾ ਮਿਲਾਪ ਕਰ ਦਿੱਤਾ। ਜਦੋਂ ਇਹਨਾਂ ਦੇ ਨਾਲ ਤੇਰਾ ਮਿਲਾਪ ਹੋਇਆ, ਫਿਰ ਕੀ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ
ਵੀ ਤੂੰ ਕਰਮ ਸਕਰਮ ਕਰਾਏ ਆਪੇ। ਉਹ ਅਕਾਲ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੇ ਕੋਲੋਂ ਉਹੀ ਕਰਮ ਕਰਾਉਣਗੇ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਨੇ, ਜਿਹੜੇ ਉਹਨਾਂ ਨੂੰ ਅੱਛੇ ਲੱਗਦੇ ਨੇ। ਤੇ ਤੇਰੇ ਹੱਥ ਦੇ ਵਿੱਚ ਕੁਝ ਨਹੀਂ ਹੈ, ਇਸ ਜਨ ਤੇ ਵਸ ਕੁਛ ਨਹੀਂ ਭਾਈ, ਤੇਰੇ ਹੱਥ ਦੇ ਵਿੱਚ ਕੋਈ ਨਹੀਂ ਵੀ ਤੂੰ ਕੁਝ ਕਰ ਸਕੇਗਾ। ਜੋ ਕੁਝ ਵੀ ਇੱਥੇ ਸੰਸਾਰ ਦੇ ਉੱਤੇ ਤੂੰ ਆਣ ਕੇ ਕਰੇਗਾ, ਇਹ ਤੇਰੇ ਲਿਖੇ ਹੋਏ ਕਰਮ ਦਰਗਾਹ ਤੋਂ ਤੂੰ ਆਏ, ਤੇਰੇ ਨਾਲ ਹੀ ਆਏ ਹਨ। ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ, ਤਰ ਪਾਇਤਾ ਉਦਰੈ ਮਾਹੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਜੀਵਨ ਦੇ ਪਹਿਲੇ ਹਿੱਸੇ ਦੇ ਵਿੱਚ ਉਸ ਅਕਾਲ ਪੁਰਖ ਨੇ ਤੇਰਾ ਮਾਤਾ ਦੇ ਉਦਰ ਦੇ ਵਿੱਚ ਆਉਣਾ ਕਰ ਦਿੱਤਾ। ਦੂਜੇ ਪਹਿਰੈ ਰਹਿਣ ਕੈ ਵਣ ਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਹੁਣ ਜੀਵਨ ਦਾ ਦੂਜਾ ਪਹਿਰ ਸ਼ੁਰੂ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਇਸ਼ਾਰੇ ਦੇ ਰਹੇ ਨੇ ਇਸ ਸ਼ਬਦ ਦੇ ਵਿੱਚ, ਕਾਰਨ ਕਿ ਇੱਥੇ ਹੁਣ ਬਚਪਨਾ ਤੇ ਬਾਲਪਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਲਕੁਲ ਨਹੀਂ ਉਹਦੇ ਬਾਰੇ ਕਥਨ ਕਰਦੇ। ਉਹ ਪਹਿਲਾਂ ਸਤਿਗੁਰਾਂ ਨੇ ਪਹਿਲੇ ਸ਼ਬਦਾਂ ਦੇ ਵਿੱਚ ਆਪਾਂ ਨੂੰ ਉਹਦਾ ਸੰਪੂਰਨ ਗਿਆਨ ਦੇ ਦਿੱਤਾ। ਕਹਿੰਦੇ ਨੇ ਕਿ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਜੀਵਨ ਦੇ ਦੂਸਰੇ ਹਿੱਸੇ ਦੇ ਵਿੱਚ ਤੇਰੀ ਹੁਣ ਜਿਹੜੀ ਜਵਾਨੀ ਹੈ, ਤੇਰਾ ਜਿਹੜਾ ਜੋਬਨ ਹੈ, ਤੇਰਾ ਸੋਹਣਾ ਸਡੋਲ ਸਰੀਰ ਜਿਹੜਾ ਹੈ, ਉਹ ਹੁਣ ਲਹਿਰਾਂ ਮਾਰ, ਉਹਦੇ ਅੰਦਰ ਕੁਝ ਵਸਤੂਆਂ ਨੇ ਲਹਿਰਾਂ ਮਾਰਦੀਆਂ ਨੇ ਜਿਹੜੀਆਂ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹ ਲਹਿਰੀ ਰੂਪੀ ਹੋ ਕੇ ਤੈਨੂੰ ਉਸ ਦੇ ਵਿੱਚ ਲਹਿਰਾਂ ਜਿਹੜੀਆਂ ਨੇ ਉਹ ਤੈਨੂੰ ਮਸਤ ਕਰਦੀਆਂ ਨੇ, ਠਾਠਾਂ ਮਾਰਦੀਆਂ ਨੇ ਤੇਰੇ ਅੰਦਰ। ਬੁਰਾ ਭਲਾ ਨਾ ਪਛਾਣਈ ਵਣ ਜਾਰਿਆ ਮਿੱਤਰਾ, ਮਨ ਮਤਾ ਅਹਮੇ। ਹੁਣ ਤੈਨੂੰ ਨਾ ਚੰਗੇ ਦਾ ਗਿਆਨ ਹੈ, ਨਾ ਹੀ ਮਾੜੇ ਦਾ ਗਿਆਨ ਹੈ ਤੈਨੂੰ। ਇਹ ਬਣ ਜਾ ਰਿਓ, हे ਮੇਰੇ ਮਿੱਤਰੋ, ਬਣ ਜਾਏ ਕਰਨ ਵਾਸਤੇ ਆਏ ਸੰਸਾਰ ਦੇ ਉੱਤੇ। ਮਨ ਮਤਾ ਅਹਮੇ, ਤੂੰ ਜਿਹੜੇ ਤੇਰੇ ਅੰਦਰ ਹੰਕਾਰ ਵਰਗੇ ਕਾਮ ਵਾਸ਼ਨਾ ਵਰਗੇ ਤੇਰੇ ਅੰਦਰ ਜਿਹੜੇ ਤੱਤ ਬੈਠੇ ਨੇ, ਵੱਡੇ ਦੈਂਤ ਬੈਠੇ ਨੇ, ਉਹਨਾਂ ਦੇ ਵਿੱਚ ਤੂੰ ਮਸਤ ਰਹਿੰਦਾ ਹੈ। ਜਿਸ ਤਰ੍ਹਾਂ ਕੋਈ ਸ਼ਰਾਬ ਪੀ ਕੇ ਆਪ ਝੂਲਦਾ ਹੈ, ਮਸਤ ਇੱਕ ਸਿੱਧਾ ਜਾ ਨਹੀਂ ਸਕਦਾ। ਕਹਿੰਦੇ ਤੂੰ ਇਹਨਾਂ ਦੇ ਮਦਦ ਦੇ ਵਿੱਚ, ਇਹਨਾਂ ਦੇ ਵਿੱਚ ਫਸ ਕੇ ਤੂੰ ਉਸ ਵੇਲੇ ਤੂੰ ਤੇਰਾ ਮਨ ਹਰ ਵੇਲੇ ਹੀ ਇਹਨਾਂ 'ਚ ਫਸ ਕੇ ਮਸਤਿਆ ਰਹਿੰਦਾ ਹੈ। ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ। ਹੁਣ ਤਾਂ ਸੰਸਾਰ ਦੇ ਉੱਤੇ ਤੈਨੂੰ ਨਾ ਬੁਰੇ ਦਾ ਪਤਾ ਨਾ ਚੰਗੇ ਦਾ ਪਤਾ, ਪਰ ਏਦੂ ਚੀਜ਼ ਦਾ ਗਿਆਨ ਵੀ ਨਾਲ ਰੱਖਣਾ ਹੀ। ਅੰਤ ਤੇਰਾ ਹੋਣਾ ਏਦੂ ਸੰਸਾਰ ਦੇ ਉੱਤੇ। ਔਰ ਜਿਸ ਵੇਲੇ ਤੂੰ ਇੱਥੋਂ ਜਾਣਾ, ਉਹ ਨਿਰੰਕਾਰ ਦੀ ਦਰਗਾਹ ਦੇ ਉੱਤੇ ਜਦੋਂ ਧਰਮਰਾਜ ਦੇ ਅੱਗੇ ਪੇਸ਼ ਹੋਣਾ, ਉੱਥੇ ਜਾਣ ਵਾਸਤੇ ਰਸਤਾ ਬਹੁਤ ਭਿਆਨਕ ਹੈ। ਖੰਡਿਓਂ ਤਿੱਖੀ ਵਾਲੋਂ ਨਿੱਕੀ, ਇਹ ਮਾਰਗ ਜਾਣਾ, ਇਹ ਮਾਰਗ ਇਸ ਤਰ੍ਹਾਂ ਦਾ ਡਾਢਾ ਹੈ, ਬੜਾ ਔਖਾ ਹੈ। ਬੜੇ ਔਖੇ ਰਸਤੇ ਦੇ ਵਿੱਚੋਂ ਤੈਨੂੰ ਲੰਘਣਾ ਪੈਣਾ ਹੈ। ਪੂਰਾ ਸਤਿਗੁਰ ਕਬਹੂ ਨਾ ਸੇਵਿਆ, ਸਿਰ ਠਾਡੇ ਜਮ ਜੰਦਾਰਾ। ਸੰਸਾਰ ਦੇ ਉੱਤੇ ਆਣ ਕੇ ਤੈਂ ਜਿਸ ਨੇ ਤੈਨੂੰ ਸੋਹਣਾ ਸਰੀਰ ਦਿੱਤਾ, ਮਾਤ ਗਰਭ ਦੇ ਵਿੱਚ ਤੇਰੀ ਰਖਵਾਲੀ ਕੀਤੀ, ਉਹ ਪੂਰੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਹੀ ਨਹੀਂ ਕੀਤੀ। ਤੂੰ ਉਸ ਨੂੰ ਕਦੇ ਯਾਦ ਹੀ ਨਹੀਂ ਕੀਤਾ। ਤੇ ਅੰਤ ਦੇ ਵਿੱਚ ਕੀ ਹੋਣਾ? ਕਹਿੰਦਾ ਦੇਖੀ ਤੇਰੇ ਸਿਰ ਦੇ ਉੱਤੇ ਜਮਾਂ ਦਾ ਡੰਡਾ ਵੱਜਣਾ ਹੀ ਵੱਜਣਾ ਹੈ। ਡੰਡਾ ਲੈ ਕੇ ਖੜੇ ਨੇ ਜਮ। ਧਰਮ ਰਾਏ ਜਬ ਪਕਰਸ ਬਵਰੇ, ਤਬ ਕਿਆ ਜਵਾਬ ਕਰੇ। ਸੰਸਾਰ ਦੇ ਰਹਿਣ ਵਾਲੇ ਜੀਵ ਜਿਸ ਵੇਲੇ ਤੇਰੀ ਆਤਮਾ ਨੂੰ ਇਥੋਂ ਜਮਾਂ ਨੇ ਲੈ ਕੇ ਚਲੇ ਜਾਣਾ, ਧਰਮਰਾਜ ਦੇ ਸਾਹਮਣੇ ਖੜਾ ਕਰ ਦੇਣਾ। ਹੁਣ ਧਰਮਰਾਜ ਪਹਿਲਾਂ ਤੇਰੇ ਵੱਲ ਦੇਖੇਗਾ, ਦੇਖ ਕੇ ਪੁੱਛੇਗਾ ਭਈ ਤੂੰ ਇੰਨੀ ਲੰਬੀ ਆਰਜਾ, ਇੰਨਾ ਲੰਬਾ ਸਮਾਂ ਜਿਹੜਾ ਵਾਹਿਗੁਰੂ ਨੇ ਤੈਨੂੰ ਬਖਸ਼ਿਸ਼ ਕੀਤਾ, ਅਕਾਲ ਪੁਰਖ ਨੇ ਸੰਸਾਰ ਦੇ ਉੱਤੇ ਰਿਹਾ, ਓਏ ਤੂੰ ਇੱਕ ਵੀ ਚੰਗਾ ਕੰਮ ਨਹੀਂ ਕੀਤਾ, ਤੂੰ ਇੱਕ ਮਿੰਟ ਵੀ ਸਤਿਗੁਰ ਦੇ ਨਾਲ ਨਹੀਂ ਜੁੜਿਆ, ਤੇ ਫਿਰ ਉੱਥੇ ਕੀ ਜਵਾਬ ਦੇਵੇਂਗਾ? ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਨਿਰੰਕਾਰ ਜੀ ਕਹਿੰਦੇ ਨੇ ਤੇਰੇ ਜੀਵਨ ਦੇ ਦੂਜੇ ਹਿੱਸੇ ਦੇ ਵਿੱਚ
ਇਹ ਜਿਹੜਾ ਤੇਰੇ ਅੰਦਰ ਜੋਬਨ ਹੈ ਜਾਂ ਤੇਰੇ ਅੰਦਰ ਉਸ ਦਾ ਹੰਕਾਰ ਹੈ, ਕ੍ਰੋਧ ਹੈ, ਇਹ ਜਿਹੜੇ ਮੋਹ ਦੇ ਨਸ਼ੇ ਨੇ ਤੇਰੇ ਅੰਦਰ, ਉਹਦੇ ਵਿੱਚ ਤੂੰ ਲਹਿਰਾਂ ਦੇ ਵਿੱਚ ਝੂਲਦਾ ਫਿਰਦਾ ਹੈ, ਮਸਤ ਹੋ ਕੇ ਰਹਿ ਰਿਹਾ ਹੈ। ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਬਿਖ ਸੰਚੈ ਅੰਧ ਅਗਿਆਨ। ਵਾਹਿਗੁਰੂ ਜੀ ਕਹਿੰਦੇ ਨੇ ਹੁਣ ਤੀਸਰਾ ਹਿੱਸਾ ਤੇਰੇ ਜੀਵਨ ਕਾਲ ਦਾ ਸ਼ੁਰੂ ਹੋ ਗਿਆ। ਸਮਝ ਲੈ ਵੀ ਜਵਾਨੀ ਤੇਰੀ ਖਤਮ ਹੋ ਗਈ, ਹੁਣ ਤੂੰ ਅੱਧ-ਖੜ ਉਮਰ ਜਿਹਨੂੰ ਕਹਿ ਦਿੰਦੇ ਆਪਾਂ, ਵੀ ਅੱਧ-ਖੜ ਉਮਰ ਦੇ ਵਿੱਚ ਤੂੰ ਆ ਗਿਆ। ਨਾ ਵਡੇਪੇ ਦੇ ਵਿੱਚ ਹੈ ਤੇ ਨਾ ਹੀ ਤੂੰ ਜਵਾਨੀ ਦੇ ਵਿੱਚ ਹੈ। ਵਡੇਪੇ ਵੱਲ ਨੂੰ ਤੁਰਿਆ ਜਾ ਰਿਹਾ ਹਾਂ ਤੇ ਜਵਾਨੀ ਨੂੰ ਅਲਵਿਦਾ ਆਖ ਰਿਹਾ ਹਾਂ। ਉਹ ਕਹਿੰਦੇ ਫਿਰ ਤੇਰਾ ਇਸ ਤਰ੍ਹਾਂ ਦਾ ਰੂਪ ਹੋ ਗਿਆ, ਹੁਣ ਤੂੰ ਅਗਿਆਨ ਦੇ ਵਿੱਚ ਅਜੇ ਵੀ ਅੰਨਾ ਹੈ, ਤੈਨੂੰ ਅਗਿਆਨ ਨਹੀਂ, ਤੇਰੇ ਗਿਆਨ ਵਾਲੇ ਨੇਤਰ ਅਜੇ ਖੁੱਲੇ ਨਹੀਂ। ਤੂੰ ਲੋਭ ਦੀਆਂ ਲਹਿਰਾਂ ਦੇ ਵਿੱਚ, ਲੋਭ ਦੇ ਪਦਾਰਥਾਂ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ, ਮਾਇਆ ਦੇ ਜਾਲ ਦੇ ਵਿੱਚ ਅਜੇ ਵੀ ਤੂੰ ਫਸਿਆ ਹੋਇਆ ਹੈ। ਪੁੱਤਰ ਕਲਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ, ਅੰਤਰ ਲਹਿਰ ਲੋਭਾਨ। ਧੀਆਂ ਪੁੱਤਰਾਂ, ਬਾਕੀ ਸਾਖ ਸੰਬੰਧੀ ਰਿਸ਼ਤੇਦਾਰ, ਨਗਰ ਦੇ ਵਿੱਚ ਜਿਹੜੇ ਤੇਰੇ ਮਿੱਤਰ ਨੇ, ਉਹਨਾਂ ਦੇ ਨਾਲ ਬਹੁਤ ਤੇਰਾ ਪਿਆਰ ਪਿਆ ਹੋਇਆ, ਮੋਹ ਪਿਆ ਹੋਇਆ ਹੈ। ਮੋਹ ਦੇ ਵਿੱਚ ਤੂੰ ਫਸਿਆ ਹੋਇਆ ਹੈ, ਉਹਨਾਂ ਦੇ ਨਾਲ ਤੇਰਾ ਐਡਾ ਮੋਹ ਹੈ। ਪਰ ਹੇ ਪਿਆਰਿਆ ਮਿੱਤਰਾ, ਇਸ ਸੰਸਾਰ ਦੇ ਉੱਤੇ ਸੱਚੀ ਵਣਜ ਕਰਨ ਵਾਲੇ ਆਏ ਹੋਏ, ਇਹ ਜੀਵਨ ਕਾਲ ਦਾ ਸਮਾਂ ਬਤੀਤ ਕਰਨ ਵਾਲੇ ਜੀਵ ਅੰਤਰ ਲਹਿਰ ਲੋਭਾਨ, ਪਰ ਅੰਦਰ ਤੇਰੇ ਮਾਇਆ ਇਕੱਠੀ ਕਰਨ ਦੀ ਤ੍ਰਿਸ਼ਨਾ ਤੇ ਆਸਾ ਜਿਹੜੀ ਨਾ, ਉਹਨਾਂ ਦੇ ਵਿੱਚ ਤੂੰ ਗੁਲਤਾਨ ਹੋਇਆ ਬੈਠਾ ਹਾਂ। ਉਹ ਲਹਿਰ ਬੜੀ ਉੱਠੀ ਜਾ ਰਹੀ ਆ, ਬੜੀ ਤੂੰ ਡਾਢਾ ਉਛਲਾ ਮਾਰ ਰਹੀ ਤੇਰੇ ਅੰਦਰ ਮਾਇਆ ਇਕੱਠੀ ਕਰਨ ਵਾਸਤੇ। ਅੰਤਰ ਲਹਿਰ ਲੋਭਾਨ ਪਰਾਨੀ, ਸੋ ਪ੍ਰਭ ਚਿਤ ਨ ਆਵੈ। ਜਿਹੜੀ ਤੂੰ ਪਦਾਰਥਾਂ ਦੀ ਲਹਿਰ ਤੇਰੇ ਅੰਦਰ ਚੱਲ ਰਹੀ ਹੈ, ਤ੍ਰਿਸ਼ਨਾ ਬਣ ਕੇ, ਵੀ ਉਹਨਾਂ ਪਦਾਰਥਾਂ ਨੂੰ ਇਕੱਠਾ ਕਰਨ ਵਾਸਤੇ ਹੀ ਤੂੰ ਆਪਣਾ ਇਹ ਜੀਵਨ ਕਾਲ ਦਾ ਸਮਾਂ ਬਤੀਤ ਕਰ ਰਿਹਾ ਹਾਂ। ਪਰ ਤੈਨੂੰ ਅਜੇ ਤੱਕ ਵੀ ਉਹ ਪ੍ਰੀਤਮ ਚਿੱਤ ਨਹੀਂ ਆਇਆ, ਤੇਰੇ ਹਿਰਦੇ ਦੇ ਵਿੱਚ ਇੱਕ ਵਾਰੀ ਖਿਆਲ ਨਹੀਂ ਆਇਆ ਕਿ ਇਹ ਪੂਰੇ ਅਕਾਲ ਪੁਰਖ ਦੀ ਜਿਹਦੇ ਮੇਰੇ ਉੱਤੇ ਅਥਾਹ ਕਿਰਪਾ, ਮੈਂ ਉਸ ਦਾ ਕਿਤੇ ਸਿਮਰਨ ਜਾਪ ਸੇਵਾ ਕਰ ਲਵਾਂ। ਸਾਧ ਸੰਗਤ ਸਿਉ ਸੰਗ ਨ ਕੀਆ, ਬਹੁ ਜੋਨੀ ਦੁਖ ਪਾਵੈ। ਤੂੰ ਇਹ ਜੀਵਨ ਕਾਲ ਦੇ ਵਿੱਚ ਸਾਧ ਸੰਗਤ ਨਹੀਂ ਕੀਤੀ, ਬਖਸ਼ਿਆ ਹੋਇਆਂ ਦੀ ਸੰਗਤ 'ਚ ਨਹੀਂ ਬੈਠਾ, ਗੁਰਦੁਆਰੇ ਨਹੀਂ ਗਿਆ, ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਨਹੀਂ ਡਿੱਗਿਆ। ਪਰ ਖਿਆਲ ਕਰੀ, ਬੜੀਆਂ ਜੂਨਾਂ ਦੇ ਵਿੱਚ ਪਹਿਲਾਂ ਦੁੱਖ ਪਾ ਕੇ ਆਇਆ ਹੈ ਤੇ ਬੜੀਆਂ ਜੂਨਾਂ ਦੇ ਵਿੱਚ ਅਗਾਂਹ ਵੀ ਦੁੱਖ ਪਾਵੇਂਗਾ। ਸਿਰਜਣਹਾਰ ਵਿਸਾਰਿਆ ਸੁਆਮੀ, ਇੱਕ ਨਿਮਖ ਨ ਲੱਗੋ ਧਿਆਨ। ਜਿਸ ਪ੍ਰੀਤਮ ਨੇ ਤੇਰੇ ਉੱਤੇ ਕਿਰਪਾ ਕਰਕੇ ਤੇਰੀ ਇਸ ਸਰੀਰ ਨੂੰ ਬਣਾਇਆ, ਤੇਰੇ ਅੰਦਰ ਜਿੰਦ ਆਪਣੀ ਜੋਤ ਟਿਕਾ ਕੇ ਰੱਖੀ ਹੋਈ ਆ, ਜਿਹਦੇ ਨਾਲ ਤੇਰੀ ਇਸ ਸਰੀਰ ਦੀ ਮਾੜੀ ਮੋਟੀ ਕਦਰ ਹੈ ਇਦੂ ਸੰਸਾਰ ਦੇ ਉੱਤੇ, ਉਹ ਸਿਰਜਣਹਾਰਾ ਪ੍ਰੀਤਮ ਜਿਹੜਾ ਤੈਨੂੰ ਸਾਰੇ ਜੀਵਨ ਦੇ ਪਦਾਰਥ ਵੀ ਦੇ ਰਿਹਾ, ਤੂੰ ਉਸ ਨੂੰ ਵਿਸਰ ਗਿਆ, ਤੂੰ ਉਹਨੂੰ ਭੁੱਲ ਗਿਆ। ਇੱਕ ਨਿਮਕ ਵੀ ਤੈਨੂੰ ਉਹਦਾ ਖਿਆਲ ਨਹੀਂ ਆਇਆ। ਨਿਮਕ ਕਹਿੰਦੇ ਨੇ ਅੱਖ ਦਾ ਚਮਕਣ ਜਿੰਨਾ ਸਮਾਂ ਵੀ ਤੈਨੂੰ ਖਿਆਲ ਉਹਦਾ ਨਹੀਂ ਆਇਆ। ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਬਿਖ ਸੰਚੈ ਅੰਧ ਅਗਿਆਨ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਰਾਤ ਦੇ ਇਹ ਜੀਵਨ ਦੇ ਤੀਜੇ ਪਹਿਰ ਦੇ ਵਿੱਚ ਤੂੰ ਗਿਆਨ ਵੱਲੋਂ ਅੰਨਾ ਹੈ, ਅਗਿਆਨੀ ਮੂਰਖ ਹੈ। ਆਤਮਕ ਮੌਤ ਤੇਰੀ ਲਿਆਉਣ ਵਾਲਾ ਜਿਹੜਾ, ਔਰ ਆਤਮਕ ਮੌਤ ਉਹਨੂੰ ਕਹਿੰਦੇ ਨੇ ਜਦੋਂ ਆਤਮਾ ਪਰਮਾਤਮਾ ਨਾਲੋਂ ਟੁੱਟ ਕੇ ਦੂਰੀ ਪਾ ਲੈਂਦੀ ਹੈ, ਮਨਮੁਖਾਂ ਵਾਲਾ ਜੀਵਨ ਬਤੀਤ ਕਰਦੀ ਹੈ, ਔਰ ਉਹ ਪਦਾਰਥਾਂ ਦੇ ਨਾਲ ਜੁੜ ਜਾਂਦੀ ਜਿਹੜੇ ਕਿ ਕਦੀ ਵੀ ਸਾਥ ਨਹੀਂ ਦੇਣ ਵਾਲੇ। ਇੱਥੇ 4 ਦਿਨ ਤਾਂ ਉਹਨਾਂ ਦਾ ਆਨੰਦ ਜੀਵ ਮਾਣ ਲਏਗਾ, ਪਰ ਉਹ ਕਦੀ ਵੀ ਸਾਥ ਨਹੀਂ ਦਿੰਦੇ। ਤੇ ਮਾਲਕ ਸੱਚੇ ਪਾਤਸ਼ਾਹ ਜੀ ਇਹੀ ਇੱਥੇ ਕਹਿੰਦੇ ਨੇ ਕਿ ਤੀਜੇ ਪਹਿਰ ਦੇ ਵਿੱਚ ਤੂੰ ਅਜੇ ਵੀ ਉਸ ਵਸਤੂਆਂ ਨੂੰ ਇਕੱਠੀਆਂ ਕਰ ਰਿਹਾ ਜਿਹੜੀਆਂ ਤੈਨੂੰ ਪ੍ਰੀਤਮ ਵਾਹਿਗੁਰੂ ਦੇ ਕੋਲੋਂ ਦੂਰ ਲੈ ਕੇ ਜਾ ਰਹੀਆਂ ਹਨ। ਚੌਥੇ ਪਹਿਰੇ
ਰਹਿਣ ਕੈ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ। ਹੁਣ ਤੇਰੇ ਜੀਵਨ ਦਾ ਚੌਥਾ ਹਿੱਸਾ ਸ਼ੁਰੂ ਹੋ ਗਿਆ, ਚੌਥਾ ਪਹਿਰ ਸ਼ੁਰੂ ਹੋ ਗਿਆ ਰਾਤ ਦਾ। ਤੇ ਉਹ ਦਿਨ, ਜਿਸ ਦਿਨ ਜਮਾ ਨੇ ਤੈਨੂੰ ਇੱਥੋਂ ਆਣਾ ਤੇ ਲੈ ਕੇ ਤੁਰ ਜਾਣਾ, ਉਹ ਦਿਨ ਹੁਣ ਨੇੜੇ ਆ ਗਿਆ ਹੈ। ਗੁਰਮੁਖ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ। ਅਜੇ ਵੀ ਤੇਰੇ ਕੋਲ ਸਮਾਂ ਹੈ, ਤੂੰ ਉਹ ਗੁਰਮੁਖਾਂ ਵਾਲਾ ਜੀਵਨ ਬਣਾ ਲੈ ਔਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਲਾ, ਪ੍ਰੀਤਮ ਨੂੰ ਪਹਿਚਾਣ ਲਾ। ਇੱਥੇ ਤੂੰ ਇਹ ਸੱਚੀ ਵਣਜ ਕਰਨ ਵਾਸਤੇ ਆਇਆ ਹੈ। ਔਰ ਇਹ ਜਿਹੜਾ ਧਨ ਹੈ, ਜਿਹੜਾ ਸੇਵਾ ਸਿਮਰਨ ਦਾ ਧਨ ਹੈ, ਇਹ ਦਰਗਾਹ ਦੇ ਵਿੱਚ ਵੀ ਤੇਰਾ ਸਹਾਇਕ ਹੋਵੇਗਾ। ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ। ਇਹ ਜੀਵ ਸੱਚੀ ਵਣਜ ਕਰਨ ਵਾਲੇ, ਤੂੰ ਇਹ ਨਾਮ ਨੂੰ ਸੰਭਾਲ ਲਾ, ਹਿਰਦੇ ਦੇ ਵਿੱਚ ਵਸਾ ਲਾ, ਧਨ ਇਕੱਠਾ ਕਰ ਲਾ। ਇਹ ਅੰਤ ਇਹੀ ਤੇਰੇ ਕੰਮ ਆਉਣਾ ਹੈ। ਇਹ ਮੋਹ ਮਾਇਆ ਤੇਰੇ ਸੰਗ ਨ ਚਾਲੈ ਝੂਠੀ ਪ੍ਰੀਤ ਲਗਾਈ। ਜਿਨ੍ਹਾਂ ਪਦਾਰਥਾਂ ਦੇ ਨਾਲ ਤੂੰ ਮੋਹ ਪਾ ਕੇ ਬੈਠਾ, ਭਾਵੇਂ ਤੇਰਾ ਉਹ ਕੁਟੁੰਬ ਹੈ ਜਾਂ ਜੋ ਇੱਥੇ ਤੇਰੀਆਂ ਵਸਤੂਆਂ ਇਕੱਠੀਆਂ ਕੀਤੀਆਂ ਨੇ, ਸੋਹਣੇ ਮਕਾਨ ਨੇ, ਕਾਰਾਂ ਨੇ, ਮਾਇਆ ਹੈ, ਇਹ ਜਿਹੜਾ ਸਾਰਾ ਕੁਝ ਹੈ, ਇਹ ਤਾਂ ਭਾਈ ਸਭ ਕੁਝ ਝੂਠ ਹੈ। ਇਹਨਾਂ ਦੇ ਨਾਲ ਤਾਂ ਝੂਠੀ ਪ੍ਰੀਤੀ ਲਾਈ ਹੋਈ ਹੈ। ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ। ਇਹ ਜਿਹੜੀ ਝੂਠੀ ਪ੍ਰੀਤ ਜਿਨ੍ਹਾਂ ਦੇ ਨਾਲ ਤੇਰੀ ਪਈ ਹੋਈ ਭਾਈ, ਇਹ ਤਾਂ ਤੈਨੂੰ ਪ੍ਰੀਤਮ ਦੇ ਕੋਲੋਂ, ਪ੍ਰੀਤਮ ਗਿਆਨ ਦੇ ਕੋਲੋਂ ਦੂਰ ਲੈ ਕੇ ਜਾਂਦੇ ਨੇ। ਸੋ ਤੇਰਾ ਜੀਵਨ ਅੰਧਕਾਲ ਦੇ ਵਿੱਚ ਹੀ ਬਤੀਤ ਹੋ ਰਿਹਾ ਹੈ, ਅੰਧੇਰਾ ਹੀ ਹੈ। ਇਹਦੇ ਅੰਦਰ ਕਿਸੇ ਤਰ੍ਹਾਂ ਦੀ ਰੋਸ਼ਨੀ ਨਹੀਂ। ਤੇ ਚਿੰਤਾ ਦੇ ਰੋਗ, ਹੋਰ ਅਨੇਕਾਂ ਤਰ੍ਹਾਂ ਦੇ ਰੋਗ ਤੈਨੂੰ ਲੱਗੇ ਹੋਏ ਨੇ। ਪਰ ਇਹਨਾਂ ਰੋਗਾਂ ਦੇ ਵਿੱਚ ਤੂੰ ਇੰਨਾ ਫਸਿਆ ਹੋਇਆ ਹੈ ਕਿ ਜਿਹੜੀ ਤੇਰੀ ਸਗਲੀ ਸਾਰੀ ਰਾਤ ਦਾ ਮਤਲਬ ਤੇਰਾ ਜੀਵਨ ਦਾ ਸਮਾਂ, ਜਿੰਨੇ ਤੂੰ ਸਵਾਸ ਲੈ ਕੇ ਆਇਆ ਸੀ, ਉਹ ਹਨੇਰੇ ਦੇ ਵਿੱਚ ਹੀ ਤੂੰ ਗਵਾਈ ਜਾ ਰਿਹਾ ਹੈ। ਤੇ ਸਤਿਗੁਰ ਦੀ ਸੇਵਾ ਕਰਕੇ, ਸਤਿਗੁਰ ਦੀ ਸੇਵਾ ਤੋਂ ਬਗੈਰ ਤੇਰੇ ਅੰਦਰ ਸਹੀ ਮਾਰਗ ਦਾ ਚਾਨਣ ਨਹੀਂ ਹੋਣਾ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ। ਨਿਰੰਕਾਰ ਜੀ ਫਿਰ ਸੰਸਾਰ ਦੇ ਜੀਵਾਂ ਨੂੰ ਗਿਆਨ ਦਿੰਦੇ ਨੇ, ਭਾਈ ਉਹ ਦਿਨ ਨੇੜੇ ਆ ਰਿਹਾ, ਛੇਤੀ ਆ ਰਿਹਾ, ਜਿੱਦਣ ਪੁਰਾਣਾ ਪਿਆ ਚੋਲਾ ਇਹ ਤੋਂ ਜਮਾਂ ਨੇ ਸਾਨੂੰ ਆਣ ਕੇ ਲੈ ਹੀ ਜਾਣਾ ਹੈ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੱਠ ਚਲੇ ਕਮਾਣਾ ਸਾਥ। ਹੁਣ ਵਾਹਿਗੁਰੂ ਜੀ ਕਹਿੰਦੇ ਨੇ ਵੀ ਉਹ ਦਿਨ ਆ ਗਿਆ ਭਾਈ, ਉਹ ਵਣਜਾਰਿਆ, ਉਹ ਮਿੱਤਰਾ, ਇਹਦੇ ਸੰਸਾਰ ਦੇ ਉੱਤੇ 4 ਦਿਨਾਂ ਦਾ ਪ੍ਰਾਹੁਣਾ ਬਣ ਕੇ ਆਇਆ ਸੀ, ਉਹ ਦਿਨ ਆ ਗਿਆ। ਪ੍ਰੀਤਮ ਅਕਾਲ ਪੁਰਖ ਨੇ, ਵਾਹਿਗੁਰੂ ਨੇ ਤੇਰਾ ਪਰਵਾਨਾ ਲਿਖ ਕੇ ਮੌਤ ਦਾ, ਇਹ ਕਾਲ ਰੂਪੀ ਮੌਤ ਦੇ ਫਰਿਸ਼ਤੇ ਨੂੰ ਦੇ ਦਿੱਤਾ ਹੈ। ਇੱਕ ਰੱਤੀ ਬਿਲਮ ਨ ਦੇਵਣੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ। ਹੁਣ ਤੂੰ ਜਦੋਂ ਇੱਥੋਂ ਜਾਣ ਲੱਗਾ ਨਾ, ਜਦੋਂ ਤੈਨੂੰ ਜਮਾਂ ਨੇ ਫੜ ਕੇ ਲੈ ਕੇ ਜਾਣਾ, ਤੇਰੇ ਕੀਤੇ ਹੋਏ ਸਾਰੇ ਮੰਦੇ ਕਰਮ ਜਿਹੜੇ ਨੇ ਉਹ ਵੀ ਤੇਰੇ ਨਾਲ ਹੀ ਜਾਣੇ ਨੇ, ਚੰਗੇ ਕਰਮ ਵੀ ਤੇਰੇ ਨਾਲ ਹੀ ਜਾਣੇ ਨੇ। ਪਰ ਤੂੰ ਤਾਂ ਇਹ ਜੀਵਨ ਦੇ ਵਿੱਚ ਹਨੇਰੇ ਦੇ ਵਿੱਚ ਹੀ ਲਾਠੀਆਂ ਮਾਰਦਾ ਰਿਹਾ, ਉਹਨਾਂ ਵਸਤੂਆਂ ਦੇ ਨਾਲ, ਉਹਨਾਂ ਕਰਮਾਂ ਦੇ ਨਾਲ ਜੁੜਾ ਰਿਹਾ। ਉਹ ਲੇਖ ਤੂੰ ਆਪਣੇ ਮੱਥੇ ਤੇ ਲਿਖਦਾ ਰਿਹਾ ਜਿਹੜੇ ਪ੍ਰੀਤਮ ਤੋਂ ਤੈਨੂੰ ਦੂਰ ਲੈ ਕੇ ਜਾ ਰਹੇ ਨੇ। ਸੋ ਇਸ ਕਾਰਨ ਕਰਕੇ ਇਹ ਸਾਰੇ ਜਿਹੜੇ ਤੇਰੇ ਨੇ, ਇਹ ਸਾਰੇ ਤੇਰੇ ਨਾਲ ਹੀ ਜਾ ਰਹੇ ਨੇ। ਤੇ ਜਿਹੜੇ ਜਮਰਾਜ ਆਏ ਨੇ, ਇੱਕ ਰੱਤੀ ਬਿਲਮ ਨਾ ਦੇਵਨੀ, ਉਹਨਾਂ ਨੇ ਤੈਨੂੰ ਹੁਣ ਸਕਿੰਟ ਵੀ ਟਾਈਮ ਨਹੀਂ ਦੇਣਾ ਹੋਰ, ਭਈ ਤੂੰ ਸੰਸਾਰ ਦੇ ਰਹਿ ਲਾ। ਬਿਲਕੁਲ ਕਿਸੇ ਤਰ੍ਹਾਂ ਦੀ ਤੈਨੂੰ ਢਿੱਲ ਨਹੀਂ ਉਹਨਾਂ ਨੇ ਦੇਣੀ, ਕਿਉਂ ਉਹਨਾਂ ਨੇ ਤਕੜੇ ਹੱਥ ਪਾਏ ਨੇ ਤੈਨੂੰ, ਤਕੜਾ ਹੋ ਕੇ, ਹੁਣ ਬੜੇ ਤੇਰੇ ਤੋਂ ਜ਼ਿਆਦਾ ਤਕੜੇ ਨੇ। ਤੇਰੀ ਜਿੰਦ ਨੂੰ, ਤੇਰੀ ਆਤਮਾ ਨੂੰ ਤਕੜੇ ਹੱਥ ਪਾ ਕੇ ਜ਼ੋਰ ਨਾਲ ਘੁੱਟ ਕੇ ਫੜਿਆ ਹੋਇਆ ਹੈ, ਔਰ ਕਿਤੇ ਵੀ ਢਿਲਾਈ ਨਹੀਂ ਦੇਣੀ। ਤੈਨੂੰ ਲੈ ਕੇ ਇਹ ਅੱਗੇ ਲਾ ਕੇ ਤੋੜ ਕੇ ਮਗਰ ਤੇਰੇ ਇਹ ਡੰਡੇ ਮਾਰਦੇ ਜਾਂਦੇ ਨੇ। ਉਸ ਵੇਲੇ ਵਿੱਚ ਤੇਰੀ ਜਿੰਦ ਜਿਹੜੀ ਹੈ, ਤੇਰੀ ਆਤਮਾ ਕਰਲਾਉਂਦੀ ਹੈ, ਪਛਤਾਉਂਦੀ ਹੈ। ਲਿਖਿਆ ਆਇਆ ਪਕੜ ਚਲਾਇਆ
ਮਨ ਮੁਖ ਸਦਾ ਦੁਹੇਲੇ। ਉਹ ਸਮਾਂ ਆ ਗਿਆ ਭਾਈ, ਅਕਾਲ ਪੁਰਖ ਵੱਲੋਂ ਪਰਵਾਨਾ ਆ ਗਿਆ, ਜਮਦੂਤਾਂ ਨੇ ਤੈਨੂੰ ਫੜ ਕੇ ਅੱਗੇ ਤੋਰ ਲਿਆ। ਤੇ ਉਸ ਵੇਲੇ ਵੀ ਜਿਹੜੇ ਜੀਵ ਹੁੰਦੇ ਨੇ ਨਾ ਭਾਈ, ਉਹ ਬੜੇ ਦੁਖੀ ਹੁੰਦੇ ਨੇ, ਬੜੇ ਦਿਲੋਂ ਦੇ ਕਰਾਉਂਦੇ। ਪਰ ਸੰਸਾਰ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਦੇ ਉੱਤੇ ਉਸ ਵੇਲੇ ਕੀ ਬੀਤ ਰਹੀ ਹੁੰਦੀ। ਸਿਰਫ ਉਹਨਾਂ ਨੂੰ ਹੀ ਇਹਦਾ ਗਿਆਨ ਹੁੰਦਾ ਹੈ। ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਜਿਹੜੇ ਸੰਸਾਰ ਦੇ ਉੱਤੇ ਪੂਰੇ ਨਿਰੰਕਾਰ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜੇ ਰਹੇ, ਸ਼ਬਦ ਦੇ ਨਾਲ ਜੁੜੇ ਰਹੇ ਭਾਈ, ਉਹ ਸਦਾ ਦਰਗਾਹ ਦੇ ਵਿੱਚ ਵੀ ਸੁਖੀ ਹੀ ਰਹਿੰਦੇ ਹਨ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਜਿਹੜਾ ਸਰੀਰ ਹੈ ਇਸ ਨੂੰ ਧਰਤੀ ਰੂਪੀ ਹੈ, ਖੇਤੀ ਕਰਨ ਵਾਸਤੇ, ਵਣਜ ਕਰਨ ਵਾਸਤੇ। ਇਸ ਨੂੰ ਤਿਆਰ ਕਰਕੇ ਇਹਦੇ ਵਿੱਚ ਜੇ ਤੈਂ ਸ਼ੁਭ ਕਰਮ ਪਾਉਣ ਦਾ ਖੇਤੀ ਬੀਜਣੀ ਸੀ, ਪਰ ਪਤਾ ਨਹੀਂ ਕਿਹੜੇ ਕਰਮਾਂ ਦੇ ਬੀਜ ਦਿੱਤੇ। ਪਰ ਸਤਿਗੁਰੂ ਜੀ ਇਹ ਦੱਸ ਰਹੇ ਨੇ, ਜੋ ਤੂੰ ਇਦੂ ਸਰੀਰ ਦੇ ਵਿੱਚ ਸੰਸਾਰ ਦੇ ਵਿੱਚ ਜਿੰਨੀ ਤੇਰੀ ਆਰਜਾ ਉਹਦੇ ਵਿੱਚ ਰਹਿੰਦਾ ਬੀਜਿਆ, ਉਹੀ ਤੈਨੂੰ ਅੰਤ ਦੇ ਉੱਤੇ ਵੱਢਣਾ ਪੈਣਾ, ਉਹੀ ਤੂੰ ਖਾਵੇਂਗਾ। ਕਹੋ ਨਾਨਕ ਭਗਤ ਸੋਹੈ ਦਰਬਾਰੇ, ਮਨ ਮੁਖ ਸਦਾ ਪਵਾਤ। ਨਿਰੰਕਾਰ ਕਹਿੰਦੇ ਨੇ ਜਿਨ੍ਹਾਂ ਨੇ ਤਾਂ ਸੱਚੀ ਵਣਜ ਕੀਤੀ, ਇੱਥੇ ਸੱਚਾ ਬੀਜਿਆ ਖਾਇਆ, ਉਹ ਤਾਂ ਫਿਰ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਸੋਭਾ ਪਾਉਂਦੇ ਨੇ, ਸੋਭਦੇ ਨੇ, ਅੱਛੇ ਲੱਗਦੇ ਨੇ ਉੱਥੇ। ਤੇ ਜਿਹੜੇ ਮਨਮੁਖ ਨੇ ਉਹ ਭਾਈ ਮੁੜ ਕੇ ਸੰਸਾਰ ਤੇ ਆਉਂਦੇ ਨੇ, ਜਾਂਦੇ ਨੇ, ਉਹਨਾਂ ਨੂੰ ਫਿਰ 84 ਦੇ ਗੇਟ ਦੇ ਵਿੱਚ ਬਹਿਣਾ ਪੈਂਦਾ ਹੈ। ਸ੍ਰੀ ਰਾਗ ਮਹਿਲਾ ਚੌਥਾ, ਕਰ ਦੂਜਾ ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਤੇ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸ਼ੁਰੂ ਹੋਣ ਲੱਗੀ ਸ਼ੰਤਾਂ ਦੀ। ਸ਼ੰਤ ਵੀ ਇੱਕ ਬਾਣੀ ਦਾ ਨਾਮ ਹੈ। ਔਰ ਇਹ ਜਿਹੜੇ ਜਿਨ੍ਹਾਂ ਨੂੰ ਗਿਆਨ ਹੈ, ਸੁਰ ਗਿਆਨ ਹੈ, ਜਾਂ ਜਿਹੜੇ ਜਿਨ੍ਹਾਂ ਨੂੰ ਕਵਿਤਾ ਰੂਪੀ ਗਿਆਨ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਵੀ ਸ਼ੰਤ ਕਿਹਨੂੰ ਕਹਿੰਦੇ ਨੇ। ਖੈਰ ਆਪਾਂ ਇਹਦੇ ਵਿੱਚ ਨਹੀਂ ਪੈਣਾ, ਕਿਉਂਕਿ ਮੈਨੂੰ ਇਹਦਾ ਗਿਆਨ ਨਹੀਂ। ਆਪਾਂ ਤਾਂ ਸੱਚ ਦੱਸ ਰਹੇ ਤੁਹਾਨੂੰ, ਆਪਾਂ ਤਾਂ ਜੋ ਗੁਰੂ ਜੀ ਕਿਰਪਾ ਕਰਦੇ ਉਹੀ ਤੁਹਾਡੇ ਨਾਲ ਸਾਂਝੀ ਕਰੀ ਚਾਹੀਦੀ ਹੈ। ਹੁਣ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੂਜੇ ਘਰ ਦੇ ਵਿੱਚ ਗਾਉਣ ਲਈ ਇਹ ਸ਼ੰਤਾਂ ਦੀ ਬਾਣੀ ਨੂੰ ਉਚਾਰਨ ਕਰਨ ਲੱਗੇ ਨੇ। ਸਭ ਤੋਂ ਪਹਿਲਾਂ ਛੋਟਾ ਮੰਗਲ ਲਾਉਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੇ ਸਾਨੂੰ ਸੰਸਾਰ ਦੇ ਉੱਤੇ ਆਪਣੇ ਪਿਛਲੇ ਲੇਖ ਮਿਟਾਉਣ ਵਾਸਤੇ, ਗਾਹਾਂ ਦੇ ਸ਼ੁਭ ਕਰਮ ਕਰਨ ਵਾਸਤੇ ਸੰਸਾਰ ਤੇ ਭੇਜਿਆ। ਔਰ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਵਿੱਚ ਸਦੀਵ ਕਾਲ ਵਾਸਤੇ, ਅਭੇਦ ਹੋਣ ਵਾਸਤੇ ਸਮਾਂ ਬਖਸ਼ਿਸ਼ ਕੀਤਾ ਹੈ। ਇਸ ਸਮੇਂ ਦੇ ਵਿੱਚ ਸ਼ੁਭ ਕਰਮ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਕਿਰਪਾ ਕਰਦੇ ਹਨ। ਮੁੰਦਿਆਣੀ ਪਈੜੇ, ਕਿਉਂ ਕਰ ਹਰ ਦਰਸ਼ਨ ਪਿਖੈ। ਹੁਣ ਫਿਰ ਇਸ ਆਤਮਾ ਨੂੰ ਇੱਕ ਔਰਤ ਰੂਪ ਦੇ ਵਿੱਚ ਨਿਰੰਕਾਰ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਨੇ ਇਹ ਮੁੰਦ ਕਹਿੰਦੇ ਨੇ ਜਿਹੜੀ ਕਿ ਬੇਫਿਕਰ ਹੋਵੇ। ਤੇ ਦੂਸਰਾ ਮੁੰਦ ਦਾ ਇੱਕ ਹੋਰ ਵੀ ਅਰਥ ਨਿਕਲਦੇ ਨੇ ਵੀ ਜਵਾਨੀ, ਵੀ ਇਹ ਜਵਾਨ ਇਸਤਰੀ ਜਾਂ ਆਤਮਾ ਜਿਹੜੀ ਹੈ ਉਸ ਨੂੰ ਕਹਿੰਦੇ ਨੇ ਵੀ ਤੂੰ ਇਸ ਸੰਸਾਰ ਦੇ ਵਿੱਚ ਕੋਈ ਐਸਾ ਕੰਮ ਨਹੀਂ ਕੀਤਾ, ਤੂੰ ਇੱਥੇ ਅਗਿਆਨਵਾਨ ਹੋ ਕੇ ਆਪਣਾ ਜੀਵਨ ਬਤੀਤ ਕਰ ਰਹੀ ਹਾਂ। ਇਹ ਪੇਕੋੜਾ ਘਰ ਹੈ ਨਾ, ਪੇਕਾ ਘਰ ਹੈ ਨਾ ਆਪਣਾ ਸੰਸਾਰ। ਤੇ ਜਦੋਂ ਸਾਡਾ ਵਿਵਾਹ ਹੋਣਾ, ਜਦੋਂ ਅਸੀਂ ਉਹ ਹੈ ਪਰਲੋਕ ਦੇ ਵਿੱਚ ਜਿੱਥੇ ਜਾਣਾ, ਉਹਨੂੰ ਅਸੀਂ ਸਹੁਰਾ ਘਰ ਕਹਿੰਦੇ ਹਾਂ। ਕਹਿੰਦੇ ਇੱਥੇ ਸੰਸਾਰ ਦੇ ਉੱਤੇ ਰਹਿ ਕੇ ਬੜੀ ਬੇਫਿਕਰ ਹੈ, ਕਿਸੇ ਤਰ੍ਹਾਂ ਦਾ ਸ਼ੁਭ ਕਰਮ ਨਹੀਂ ਸਿੱਖ ਰਹੀ, ਕੋਈ ਕਰ ਨਹੀਂ ਰਹੇ, ਤੇ ਫਿਰ ਤੈਨੂੰ ਕਿਸ ਤਰ੍ਹਾਂ ਤੇਰੇ ਪਤੀ ਪ੍ਰਮਾਤਮਾ ਦੇ ਦਰਸ਼ਨ ਹੋਣਗੇ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੇ ਕੰਮ ਸਿੱਖੈ। ਜਿਹੜੇ ਕੰਮ ਤੂੰ ਇੱਥੇ ਸੰਸਾਰ ਦੇ ਉੱਤੇ ਪੇਕਵੜੇ ਘਰ ਦੇ ਵਿੱਚ, ਆਪਣੇ ਪੇਕੇ ਘਰ ਦੇ ਵਿੱਚ ਸੋਹਣੇ ਸੋਹਣੇ ਕੰਮ ਕਰ ਸਿੱਖ। ਹੁਣ ਜੇ ਆਪਾਂ ਇਹਨੂੰ ਦੁਨਿਆਵੀ ਰੂਪ ਦੇ ਉੱਤੇ ਲਾਈਏ, ਜਿਹੜੀ ਬੱਚੀ ਆਪਣੇ ਪੇਕੇ ਘਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਕੰਮ ਸਿੱਖ ਲੈਂਦੀ ਹੈ, ਭਾਵੇਂ ਉਹ ਕੱਪੜੇ ਸੀਣ ਦੇ ਨੇ, ਭਾਵੇਂ ਉਹ ਰੋਟੀ ਪਾਣੀ ਬਣਾਉਣ ਦੇ ਨੇ, ਭਾਵੇਂ
ਮਿੱਠਾ ਬੋਲਣ ਦੇ ਨੇ, ਭਾਵੇਂ ਉੱਚੀ ਸੁਰਤ ਵਾਲੇ ਨੇ, ਭਾਵੇਂ ਉਹ ਪਤੀ ਪਰਮਾਤਮਾ ਪਤੀ ਦੀ ਸੇਵਾ ਕਰਦੇ ਨੇ, ਸਹੁਰੇ ਦੇ ਸੱਸ ਦੀ ਸੇਵਾ ਕਰਦੇ ਨੇ, ਹੋਰ ਸਾਕ ਸੰਬੰਧੀਆਂ ਦੀ ਸੇਵਾ ਕਰਦੇ ਨੇ, ਜਿਹੜੇ ਜਾਣੀ ਕਿ ਸ਼ੁਭ ਕਰਮ ਅੱਛੇ ਕਰਮ ਸਿੱਖ ਲੈਂਦੀ ਆ। ਉਹ ਵੀ ਜਿਹੜੀ ਆ ਉਹ ਜਦੋਂ ਉਸ ਦਾ ਵਿਆਹ ਹੋ ਜਾਂਦਾ ਸਹੁਰੇ ਘਰ ਦੇ ਵਿੱਚ, ਉਸ ਨੂੰ ਚੁੱਲ੍ਹੇ ਚੌਂਕੇ ਦਾ ਵੀ ਗਿਆਨ ਹੁੰਦਾ, ਹਰ ਇੱਕ ਚੀਜ਼ ਦਾ ਕੰਮ ਹੁੰਦਾ, ਫਿਰ ਉਸ ਦੀ ਉੱਤੇ ਸ਼ੋਭਾ ਹੁੰਦੀ ਆ। ਉਹਨੂੰ ਕਹਿੰਦੇ ਨੇ ਇਹ ਤਾਂ ਬਹੁਤ ਨੇਕ ਤੇਰੇ ਘਰ ਦੇ ਵਿੱਚ, ਉਹ ਸੱਸ ਨੂੰ ਕਹਿੰਦੇ ਨੂੰਹ ਆ ਗਈ ਤੇਰੇ ਘਰ ਦੇ ਵਿੱਚ, ਤੇਰੀ ਧੀ ਬਣ ਕੇ ਆ ਗਈ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੀ ਆਪਾਂ ਨੂੰ ਇੱਥੇ ਕਰਕੇ ਕਿਰਪਾ ਕਰਦੇ ਨੇ। ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਹਰ ਹਰ ਆਪਣੀ ਕਿਰਪਾ ਕਰੇ। ਸਤਿਗੁਰਾਂ ਨੇ ਕਿਰਪਾ ਹਰ ਇੱਕ ਦੇ ਉੱਤੇ ਕੀਤੀ ਹੋਈ ਹੈ ਭਾਈ, ਇਹ ਮੱਤ ਜੋ ਤੋਂ ਪੜਦੇ ਹੀ ਲੋੜੇ ਨੇ। ਤੇ ਉਹ ਇਸ ਸੰਸਾਰ ਦੇ ਉੱਤੇ ਅੱਛੇ ਕਰਮ ਸਿੱਖ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰਕੇ ਜਾਂਦੇ ਹਨ। ਤੇ ਉਹ ਜਿਹੜਾ ਜੀਵਨ ਸਫਲ ਕਰਕੇ ਜਾਂਦੇ ਨੇ, ਉਸ ਦੀ ਕਿਰਪਾ ਦੇ ਨਾਲ ਉਸ ਨੂੰ ਲੋਕ ਦੇ ਵਿੱਚ ਵੀ ਆਦਰ ਮਾਣ ਮਿਲਦਾ ਹੈ। ਸਾਹੁਰੜੇ ਕੰਮ ਸਿੱਖੈ, ਗੁਰਮੁਖ ਹਰ ਹਰ ਸਦਾ ਤੇ ਆਏ। ਭਾਈ ਜਿਹੜਾ ਸਹੁਰੇ ਘਰ ਦੇ ਵਿੱਚ ਸਭ ਤੋਂ ਵੱਡਾ ਤੇਰਾ ਜਿਹੜਾ ਤੇਰੀ ਸ਼ੋਭਾ ਦੇਣ ਵਾਲਾ ਉਹ ਕਾਰਜ ਹੈ, ਉਹ ਹੈ ਪ੍ਰੀਤਮ ਦਾ ਨਾਮ ਧਿਆਉਣਾ। ਇਸ ਕਰਕੇ ਸੰਸਾਰ ਦੇ ਉੱਤੇ ਰਹਿੰਦੀ ਹੋਈ ਮੇਰੀ ਆਤਮਾ ਔਰਤ ਰੂਪੀ ਰੂਪ ਤੇਰਾ ਹੈ, ਤੂੰ ਸਦਾ ਉਹ ਪ੍ਰੀਤਮ ਦੇ ਗੁਣ ਗਾ, ਸਦਾ ਉਹਦੇ ਵੱਲੋਂ ਗਿਆਨ ਲੈ ਕੇ ਉਹਦੇ ਉੱਤੇ ਆਪਣਾ ਜੀਵਨ ਚਲਾ। ਸਹੀਆਂ ਵਿੱਚ ਫਿਰੇ ਸੁਹੇਲੀ, ਹਰ ਦਰਗਹਿ ਬਾਂ ਲੁਡਾਏ। ਸਹੀਆਂ ਵਿੱਚ ਜਦੋਂ ਤੂੰ ਇੱਥੋਂ ਜਾਵੇਂਗੀ ਨਾ, ਉੱਥੇ ਤੈਨੂੰ ਹੋਰ ਸਤ ਸੰਗੀ ਮਿਲ ਜਾਣਗੇ। ਉਹ ਤੇਰੇ ਜਿਹੜੇ ਹਨ ਉਹ ਤੇਰੇ ਮਿੱਤਰ ਬਣ ਜਾਣਗੇ, ਉਹ ਤੇਰੀਆਂ ਸਖੀਆਂ ਬਣ ਜਾਣਗੀਆਂ। ਉਹਨਾਂ ਦੇ ਵਿੱਚ ਤੂੰ ਇਸ ਤਰ੍ਹਾਂ ਫਿਰੇਂਗੀ ਬੇਪਰਵਾਹ ਹੋ ਕੇ, ਕਾਰਨ ਕਿ ਤੇਰੀ ਮੱਤ ਤੇਰੀ ਬੁੱਧ ਬਹੁਤ ਉੱਚੀ ਸੁੱਚੀ ਹੈ। ਤੂੰ ਇੱਥੋਂ ਸ਼ੁਭ ਗੁਣ ਕਮਾ ਕੇ ਉੱਥੇ ਜਾ ਰਹੀ ਹਾਂ, ਇਸ ਕਰਕੇ ਤੂੰ ਉੱਥੇ ਬੇਫਿਕਰ ਹੋ ਜਾਂਦੀ ਹੈ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ। ਜੋ ਇੱਥੇ ਆਤਮਾ ਉਹ ਪ੍ਰੀਤਮ ਦੇ ਨਾਲ ਜੁੜ ਕੇ ਪ੍ਰੀਤਮ ਵੱਲੋਂ ਦਿੱਤੇ ਹੋਏ ਗਿਆਨ ਨੂੰ ਪ੍ਰਾਪਤ ਕਰਕੇ ਉਸ ਗਿਆਨ ਦੇ ਉੱਤੇ ਆਪਣਾ ਇਹ ਸੰਸਾਰ ਦੀ ਯਾਤਰਾ ਨਿਰਵਾਹ ਕਰ ਰਹੀ ਹੈ, ਚੱਲ ਰਹੀ ਹੈ, ਉਹਦੇ ਉੱਤੇ ਕਹਿੰਦੇ ਫਿਰ ਜਿਹੜਾ ਕਿਤੇ ਮਾੜਾ ਮੋਟਾ ਲੇਖਾ, ਕਿਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇੱਥੋਂ ਪੂਰੇ ਨਿਰਭਰ ਹੋ ਕੇ ਜਾਂਦੇ। ਮਾਰੇ ਕਹਿੰਦੇ ਸਭ ਕੋ ਭੁੱਲਣਹਾਰ ਹੈ, ਉਹ ਭੁੱਲ ਗੁਰੂ ਕਰਤਾਰ। ਪਰ ਗੁਰੂ ਬੇਅੰਤ ਹੈ, ਸਾਡੀਆਂ ਭੁੱਲਾਂ ਸਾਰੀਆਂ ਚਿਤਾਰਦਾ ਨਹੀਂ। ਉਹ ਦੇਖਦਾ ਥੋੜਾ ਜਿਹਾ, ਕਿ ਜਿੱਦਾਂ ਆਪਾਂ ਕਹਿੰਦੇ ਲੀਵੇ ਦੇ ਦਿੰਦਾ, ਥੋੜਾ ਜਿਹਾ ਉਹ ਹਦਾਇਤ ਦੇ ਦਿੰਦਾ। ਤੇ ਜਿਹੜੀ ਉਹ ਕਿਤੇ ਲੇਖ ਮਾੜਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਲਿਖ ਵੀ ਹੋ ਗਿਆ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਉਸ ਨੂੰ ਵੀ ਚਿਤਾਰਦੇ ਨਹੀਂ, ਉਸ ਨੂੰ ਵੀ ਨਹੀਂ ਦੇਖਦੇ। ਉਸ ਦਾ ਲੇਖਾ ਵੀ ਉਹ ਅਕਾਲ ਪੁਰਖ ਜਿਹੜਾ ਤੁਸੀਂ ਨਾਮ ਜਪਿਆ ਹੁੰਦਾ ਨਾ, ਉਹਦੇ ਨਾਲ ਖਤਮ ਕਰ ਦਿੰਦੇ ਹਨ। ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਇਸ ਤਰ੍ਹਾਂ ਦੇ ਤੂੰ ਕਰਮ ਕਰ। ਉਸ ਪਤੀ ਨੂੰ ਪਾਉਣ ਵਾਸਤੇ ਤੂੰ ਪੇਕੇ ਘਰ ਦੇ ਵਿੱਚ ਸ਼ੁਭ ਗੁਣ ਕਰ, ਸ਼ੁਭ ਕਰਮ ਕਰ, ਸੋਹਣੀ ਉੱਚੀ ਸੁੱਚੀ ਸਿੱਖਿਆ ਸਿੱਖ, ਉਹ ਪ੍ਰੀਤਮ ਦੀ ਬੰਦਗੀ ਕਰਨੀ ਸਿੱਖ, ਸੇਵਾ ਕਰਨੀ ਸਿੱਖ। ਇਸ ਦੇ ਨਾਲ ਹੀ ਤੈਨੂੰ ਅੰਤ ਦੇ ਉੱਤੇ ਜਦੋਂ ਇਸ ਪਰ ਲੋਕ ਜਾਏਂਗੇ ਤੇ ਉਹ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਕੇ ਜਾਏਂਗੇ, ਤੈਨੂੰ ਉਹ ਪ੍ਰਮਾਤਮਾ ਪਤੀ ਪ੍ਰਮਾਤਮਾ ਦੇ ਦਰਸ਼ਨ ਹੋ ਜਾਵਣਗੇ, ਮਲਾਪ ਹੋ ਜਾਵੇਗਾ। ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਬਾਬਲ ਦਾ ਗੱਲ ਕਰਦੇ। ਬਾਬਲ ਬਾਪ ਨੂੰ ਕਿਹਾ ਜਾਂਦਾ ਹੈ। ਦੁਨਿਆਵੀ ਦੁਨੀਆ ਦੇ ਵਿੱਚ ਸੁਚੇਤ ਬੱਚੀ ਕਹਿੰਦੀ ਹੈ ਕਿ ਮੇਰੇ ਬਾਬਲਾ, ਤੂੰ ਮੇਰੇ ਵਾਸਤੇ ਬਹੁਤ ਸੋਹਣਾ ਵਰ ਟੋਲਿਆ, ਗੁਰਮੁਖ ਟੋਲਿਆ, ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਟੋਲਿਆ, ਉਹਦੇ ਨਾਲ ਮੇਰਾ ਵਿਆਹ ਹੋ ਗਿਆ। ਪਰ ਇੱਕ ਰੂਪ ਹੋਰ ਦੇਖਣਾ ਆਪਾਂ। ਹੁਣ ਇੱਥੇ ਬਾਬਲ ਆਪਾਂ ਉਹਨਾਂ ਨੂੰ ਵੀ ਕਹਿੰਦੇ ਹਾਂ ਜਿਹੜੇ ਸਾਡੇ ਉੱਚੇ ਸੁੱਚੀ ਆਤਮਾਵਾਂ ਨੇ। ਅਸੀਂ ਉਹਨਾਂ ਨੂੰ ਕਈ ਵਾਰ ਇੱਥੇ ਤੱਕ ਵੀ ਕਹਿੰਦੇ ਸੰਤ ਮਹਾਂਪੁਰਸ਼ ਜਾਂ ਜਿਹੜੇ ਬਖਸ਼ੇ ਹੋਏ ਨੇ, ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ, ਆਪਾਂ ਉਹਨਾਂ ਨੂੰ ਇਹ ਵੀ ਕਹਿੰਦੇ ਆ ਤੁਸੀਂ ਤਾਂ ਸਾਡੇ ਗੁਰੂ ਸਰੂਪ ਹੋ ਭਾਈ।
ਗੁਰੂ ਸਰੂਪ ਜਿਨ੍ਹਾਂ ਨੇ ਸਾਨੂੰ ਗਿਆਨ ਦੇਣਾ ਹੈ। ਸੋ ਇੱਥੇ ਦੋਨਾਂ ਨੂੰ ਰੱਖੋ। ਸੰਤ ਸਾਧੂ ਜਿਹੜੇ ਉੱਚੀ ਸੁੱਚੀ ਮੱਤ ਵਾਲੇ ਨੇ, ਜਿਨ੍ਹਾਂ ਦੀ ਸੰਗਤ ਦੇ ਵਿੱਚ ਅਸੀਂ ਜਾ ਕੇ ਪੈ ਗਏ, ਹੁਣ ਉਹਨਾਂ ਨੂੰ ਪਹਿਲਾਂ ਆਪਾਂ ਇੱਥੇ ਬਾਬਲ ਬਣਾਈਏ। ਆਪਾਂ ਉਹਨਾਂ ਨੂੰ ਪਿਤਾ ਸਮਾਨ ਤੋਂ, ਕਈ ਵਾਰ ਪਿਤਾ ਤੋਂ ਜ਼ਿਆਦਾ ਵੀ ਮਾਣ ਆਦਰ ਦਿੰਦੇ, ਸਤਿਕਾਰ ਦਿੰਦੇ ਉਹਨਾਂ ਨੂੰ। ਤਾਂ ਉਹ ਕਹਿੰਦੇ ਵੀ ਇਹ ਮੇਰੇ ਪਿਆਰੇ ਸੰਤ ਜਨੋ, ਤੁਹਾਡੀ ਸੰਗਤ ਦੇ ਵਿੱਚ ਬੈਠ ਕੇ ਮੈਨੂੰ ਪਰਮਾਤਮਾ, ਪਤੀ ਪਰਮਾਤਮਾ ਦਾ ਗਿਆਨ ਹੋ ਗਿਆ। ਮੈਂ ਸ਼ੁਭ ਕਰਮ ਕੀਤੇ। ਹੁਣ ਮੇਰਾ ਵਿਆਹ ਉਸ ਪ੍ਰੀਤਮ ਸੱਚੇ ਪਤੀ ਪਰਮਾਤਮਾ ਦੇ ਨਾਲ ਹੋ ਗਿਆ ਹੈ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਹੁਣ ਵਿਆਹ ਕਿਸ ਤਰ੍ਹਾਂ ਹੋ ਗਿਆ? ਜਿਸ ਲਈ ਉਹਨੂੰ ਜੀਵ ਆਤਮਾ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਸੰਸਾਰ ਦੇ ਉੱਤੇ ਆਉਣਾ ਕਿਸ ਕਾਰਨ ਕਰਕੇ ਹੋਇਆ ਹੈ। ਉਹ ਫਿਰ ਗੁਣ ਧਾਰਨ ਕਰ ਲੈਂਦੀ ਇਹ। ਉਹ ਸਾਧੂ ਸੰਤਾਂ ਦੇ ਕੋਲੋਂ ਪ੍ਰੀਤਮ ਦੀ ਸੇਵਾ ਕਰਨੀ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਔਰ ਬਾਕੀ ਸ਼ੁਭ ਗੁਣ ਧਾਰਨ ਕਰ ਲੈਣੇ। ਕਹਿੰਦੇ ਉਹਨਾਂ ਦੇ ਨਾਲ ਕੀ ਹੁੰਦਾ, ਜਿਹੜੇ ਫਿਰ ਵਿਕਾਰੀ ਤੱਤ ਨੇ ਅੰਦਰ, ਉਹਨਾਂ ਦਾ ਹਨੇਰਾ ਸੰਸਾਰ ਤੇ ਅਜੇ ਰਹਿ ਰਹੀ ਆ ਜਿਹੜੀ ਆਤਮਾ ਹੈ, ਉਹ ਜਿਹੜੇ ਵਿਕਾਰੀ ਤੱਤ ਨੇ, ਜਿਹੜੇ ਸਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਦੂਰੀ ਪਾਉਂਦੇ ਨੇ, ਉਹ ਜਿਹੜਾ ਹਨੇਰਾ ਅਗਿਆਨ ਦਾ ਜਿਹੜਾ ਹਨੇਰਾ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜਿਹੜਾ ਨਾਮ ਸਾਨੂੰ ਇਹ ਵੱਡੇ ਵਡੇਰਿਆਂ ਦੇ ਕੋਲੋਂ ਮਿਲਿਆ, ਉਹਦੀ ਕਿਰਪਾ ਦੇ ਨਾਲ ਉਹ ਹਨੇਰਾ ਦੂਰ ਹੋ ਜਾਂਦਾ ਤੇ ਗੁਰੂ ਦਾ ਗਿਆਨ ਦਾ ਦੀਵਾ ਸਾਡੇ ਅੰਦਰ ਵੜ ਜਾਂਦਾ ਹੈ, ਜਿਸ ਨੇ ਹਨੇਰੇ ਨੂੰ ਕੱਟ ਦਿੱਤਾ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਜਦੋਂ ਗਿਆਨ ਦਾ ਚਿਰਾਗ ਅੰਦਰ ਜਲਿਆ, ਉਸੇ ਵੇਲੇ ਹਨੇਰਾ ਦੂਰ ਹੋ ਗਿਆ ਤੇ ਉਹ ਸ਼ਬਦ ਜਿਹੜਾ ਬਹੁਤ ਉੱਚਾ ਤੇ ਸੁੱਚਾ ਰਤਨ ਹੈ, ਜਿਹਦੀ ਕੀਮਤ ਪਾਈ ਨਹੀਂ ਜਾ ਸਕਦੀ ਤੇ ਨਾ ਹੀ ਕਿਤੋਂ ਖਰੀਦਿਆ ਜਾ ਸਕਦਾ, ਉਹ ਮੈਨੂੰ ਅੰਦਰੋਂ ਹੀ ਲੱਭ ਪਿਆ। ਹਾਂ ਮੈਂ ਰੋਗ ਗਿਆ ਦੁੱਖ ਲਾਥਾ, ਆਪ ਆਪੈ ਗੁਰਮਤਿ ਖਾਦਾ। ਜਦੋਂ ਮੈਂ ਗੁਰੂ ਦਾ ਗਿਆਨ ਲੈ ਕੇ ਉਸ ਦੇ ਉੱਤੇ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਮੈਂ ਉਸ ਗਿਆਨ ਤੋਂ ਬਾਹਰ ਇੱਕ ਕਦਮ ਵੀ ਨਹੀਂ ਰੱਖਿਆ। ਉਸ ਵੇਲੇ ਫਿਰ ਮੈਨੂੰ ਜਦੋਂ ਉਹ ਰਤਨ, ਅਮੋਲ ਰਤਨ ਵਰਗਾ ਨਾਮ ਪਦਾਰਥ ਮਿਲ ਗਿਆ ਤੇ ਉਹਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਜਿਹੜਾ ਸਭ ਤੋਂ ਵੱਡਾ ਬੇਕਾਰੀ ਦੁੱਖ ਸੀ, ਜਿਹੜਾ ਹਉਮੈ ਦਾ ਰੋਗ ਸੀ, ਸਭ ਤੋਂ ਜ਼ਿਆਦਾ ਦੂਰੀ ਪਾਉਣ ਵਾਲਾ ਮੇਰਾ ਆਪਣੇ ਪਤੀ ਪ੍ਰਮਾਤਮਾ ਨਾਲ, ਉਹ ਦੂਰ ਹੋ ਗਿਆ, ਲੈ ਗਿਆ, ਭੱਜ ਗਿਆ। ਅਕਾਲ ਮੂਰਤ ਵਰ ਪਾਏ ਅਬਨਾਸੀ, ਨਾ ਕਦੇ ਮਰੈ ਨ ਜਾਇਆ। ਮੇਰਾ ਮਿਲਾਪ ਉਹ ਪ੍ਰੀਤਮ ਵਾਹਿਗੁਰੂ ਦੇ ਨਾਲ ਹੋ ਗਿਆ, ਅਕਾਲ ਪੁਰਖ ਦੇ ਨਾਲ, ਪਰਮਾਤਮਾ ਦੇ ਨਾਲ ਹੋ ਗਿਆ ਮੇਰਾ। ਤੇ ਉਹ ਐਸਾ ਹੈ, ਉਹ ਸਦਾ ਅਬਨਾਸੀ ਹੈ, ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਨਾ ਉਹ ਕਦੀ ਮਰਦਾ ਤੇ ਨਾ ਉਹ ਕਦੀ ਜੰਮਦਾ ਹੈ। ਵਾਹੋ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਇਸ ਤਰੀਕੇ ਦੇ ਨਾਲ ਸੰਤ ਜਨਾਂ ਤੋਂ ਵੱਡਿਆ ਵਡਿਆਰਾ ਤੇ ਗਿਆਨ ਮੈਂ ਲੈ ਕੇ ਆਪਣਾ ਜੀਵਨ ਸਫਲ ਕਰ ਲਿਆ ਤੇ ਮੈਨੂੰ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਹੋ ਗਿਆ। ਹਰ ਸਤ ਸੱਤੇ ਮੇਰੇ ਬਾਬੂਲਾ, ਹਰ ਜਨ ਮਿਲ ਜੰਜ ਸੁਹੰਦੀ। ਫਿਰ ਇੱਥੇ ਉਹਨਾਂ ਦੀ ਹੀ ਗੱਲ ਕਰਦੇ ਨੇ, ਜਿਸ ਤਰ੍ਹਾਂ ਇੱਕ ਬੱਚੀ ਫਿਰ ਆਪਣੇ ਬਾਪ ਤੋਂ ਤੁਰ ਲੱਗੀ ਹੈ, ਗੱਲ ਕਹਿੰਦੀ ਹੈ, ਤੇ ਜਿਹੜੀ ਜੰਝ ਆਈ ਨਾ ਮੈਨੂੰ ਵਿਆਹਣ ਵਾਸਤੇ, ਸਾਕ ਸੰਬੰਧੀ ਜਾਂ ਹੋਰ ਸਾਰੇ ਆਏ, ਉਹ ਜੰਝ ਜਿਹੜੀ ਸੀ ਉਹ ਸਾਰੇ ਹੀ ਗੁਰਮੁਖਾਂ ਦੀ, ਉਹ ਸਾਰੇ ਹੀ ਬਹੁਤ ਸੋਹਣੇ ਸੋਹਣੇ ਸਰੂਪਾਂ ਵਾਲੇ, ਬੜੇ ਅਡੋਲ ਅਵਸਥਾ ਵਾਲੇ ਜਿਹੜੇ ਸਨ, ਉਹ ਬੜੀ ਮੈਨੂੰ ਅੱਛੀ ਲੱਗੀ। ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਜੀ, ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵਟਾਲੇ ਨੂੰ ਆਪਣੀ ਜੰਝ ਲੈ ਕੇ ਜਾਂਦੇ ਨੇ, ਉਸ ਜੰਝ ਦੇ ਵਿੱਚ ਬਹੁਤੇ ਸਾਧੂ ਸੰਤ ਹੀ ਸਨ, ਪਰ ਲੋਕਾਂ ਨੇ ਬੜੇ ਠੱਠੇ ਕੀਤੇ, ਉੱਥੇ ਬੜਾ ਮਾੜਾ ਚੰਗਾ ਆਖਿਆ, ਔਰ ਇੱਥੇ ਤੱਕ ਵੀ ਹੋਇਆ ਕਿ ਇਹਨਾਂ ਨੂੰ ਇੱਥੋਂ ਡਰਾ ਕੇ ਭਜਾ ਦਈਏ ਤੇ ਇੱਕ ਕੰਧ ਦੇ ਲਾਗੇ ਸਤਿਗੁਰਾਂ ਨੂੰ ਬਹਾਲ ਦਿੱਤਾ ਕਿ ਅਸੀਂ ਇਹ ਕੰਧ ਨੂੰ ਧੱਕਾ ਦੇਵਾਂਗੇ, ਡੇਗ ਦੇਵਾਂਗੇ, ਇਹਨਾਂ ਦੇ ਸੱਟਾਂ ਚੋਟਾਂ ਵੱਜ ਜਾਣਗੀਆਂ, ਇਹ ਆਪਣੀ ਇੱਥੋਂ ਨਰਾਤਰੀ ਸਮਝ ਕੇ ਚਲੇ ਜਾਵਣਗੇ। ਪਿਆਰਿਓ ਕਿਤੇ ਜਾਇਆ ਸੀ ਬਟਾਲੇ, ਉੱਥੇ ਉਹ ਕੰਧ ਅਜੇ ਤੱਕ ਉਦਾਂ ਹੀ ਖੜੀ ਆ। ਉਹ ਕੰਧ ਉਸੇ ਰੂਪ ਦੇ ਵਿੱਚ ਹੈ, ਬੜਾ ਉਹਨਾਂ ਨੇ ਬਲ ਲਾਇਆ, ਬੜੀ ਤਾਕਤਾਂ ਲਾਈਆਂ ਉੱਥੇ ਮਨਮੁਖਾਂ ਨੇ, ਪਰ ਉਹ ਕੰਧ ਨਹੀਂ ਡਿੱਠੀ, ਤੇ ਨਾ ਹੀ ਕੰਧ ਅਜੇ ਤੱਕ ਡਿੱਠੀ ਆ ਤੇ ਨਾ ਹੀ ਗਾਂਹ ਢਹਿਣੀ ਆ।
क्योंकि उत्थे पूरा अकाल पुरख निरंकार उत्थे गया। जदों सतगुरु गुरु अर्जन देव महाराज सच्चे पातशाह मोह पिंड दे विच माता गंगा जी दे नाल उन्हां दा जिसले शादी दा दिन मुकर्रर हो गया सी, क्योंकि उन्हां दिनां दे विच एक दूजे नूं देखिया नहीं सी जांदा हुंदा। सतगुर सच्चे पातशाह दे नाल जिहड़ी जंज गई ਉਹ भी साधु संतां दी फकीरां दी ही सी। भोले पंछी ਜਿਹੜੇ सतगुर नाल जुड़े होए सन, सतगुर दे चरनां दे भोरे बन चुके सन, ਉਹੀ सतगुर दे नाल गए। ਤਾਂ ਉੱਥੇ ਜਦੋਂ ਉਹਨੇ ਦੇਖਿਆ ਕਹਿੰਦੇ ਵੀ ਇਹ ਤਾਂ ਸਾਰੇ ਸਾਧੂ ਆਏ ਨੇ, ਵੀ ਇਸ ਕਾਰਨ ਕਰਕੇ ਵੀ ਇਹ ਜਿੱਥੇ ਆਪਾਂ ਆਪਣੀ ਬੱਚੀ ਦਾ ਵਿਆਹ ਕਰਨ ਲੱਗੇ ਆ ਵੀ ਇਹ ਜਗ੍ਹਾ ਚੰਗੀ ਨਹੀਂ ਹੈ। ਤੇ ਪਰ ਉਹ ਜਵਾਬ ਦੇ ਨਹੀਂ ਸੀ ਸਕਦੇ, ਕਿਉਂਕਿ ਇੱਕ ਵਾਰੀ ਜਦੋਂ ਰਿਸ਼ਤਾ ਟੁੱਟ ਜਾਂਦਾ ਹੁੰਦਾ ਸੀ ਬੱਚੀ ਦਾ, ਦੂਸਰੀ ਜਗ੍ਹਾ ਤੇ ਰਿਸ਼ਤਾ ਨਹੀਂ ਸੀ ਹੋਇਆ ਕਰਦਾ ਉਹਨਾਂ ਸਮਿਆਂ ਦੇ ਵਿੱਚ। ਹੁਣ ਉਹ ਸਾਰੇ ਜਿਹੜੇ ਪਿੰਡ ਦੇ ਚੌਧਰੀ ਸਨ, ਮਨਮੁਖਾ ਜੀਵਨ ਵਾਲੇ, ਮੈਂ ਤਾਂ ਇਹ ਆਖਾਂਗਾ, ਮੈਨੂੰ ਇੱਥੇ ਜਗ੍ਹਾ ਦੇ ਉੱਤੇ ਜਾਣ ਦਾ ਬੜੀ ਵਾਰੀ ਮੌਕਾ ਨਿਰੰਕਾਰ ਨੇ ਬਖਸ਼ਿਸ਼ ਕੀਤਾ। ਇਸ ਨੂੰ ਜਰਾ ਚੰਗੀ ਤਰ੍ਹਾਂ ਉਹ ਸਤਿਗੁਰ ਦਾ ਆਲੇ ਦੁਆਲੇ ਉਹ ਜਗ੍ਹਾ ਵੀ ਦੇਖੀ ਤੇ ਬੜਾ ਮਿਠਾਸ, ਬੜਾ ਪ੍ਰੇਮ ਮਿਲਦਾ ਇੱਥੋਂ ਸਤਿਗੁਰ ਦੀ ਗੋਦ ਦੇ ਵਿੱਚ ਬਹਿ ਕੇ। ਜਦੋਂ ਉੱਥੇ ਗਏ ਤੇ ਸਿਆਣੇ ਜਿਹੜੇ ਸਨ ਇਹਨਾਂ ਨੇ ਕਹਿ ਦਿੱਤਾ ਵੀ ਆਪਾਂ ਏਦਾਂ ਕਰੀਏ, ਇਸ ਉਹ ਜੰਜ ਏਦਾਂ ਨਹੀਂ ਸੀ ਹੁੰਦੀ ਵੀ ਸਵੇਰੇ ਆਈ ਤੇ ਸ਼ਾਮੇ ਮੁੜ ਕੇ ਜਾਣਾ, ਕਈ ਵਾਰੀ ਹਫ਼ਤਾ ਰਹਿੰਦੀ ਹੁੰਦੀ ਸੀ ਇਹ ਉੱਥੇ। ਤੇ ਆਖਣ ਲੱਗੇ ਵੀ ਆਪਾਂ ਕਹਿ ਦਈਏ ਵੀ ਇੱਥੇ ਸਭ ਤੋਂ ਪਹਿਲਾਂ ਲਾੜੇ ਦੀ ਪਰਖ ਲੈਣੀ ਪੈਂਦੀ ਹੈ। ਸਾਖੀ ਤੁਸੀਂ ਸੁਣੀ ਹੋਏਗੀ, ਲਾੜੇ ਦੀ ਪਰਖ ਲੈਣੀ ਪੈਂਦੀ ਹੈ ਵੀ ਉਸ ਨੂੰ ਧਰਤੀ ਦੇ ਵਿੱਚੋਂ ਕਿੱਲਾ ਪੱਟਣਾ ਪੈਂਦਾ। ਵੀ ਇਸ ਕਾਰਨ ਕਰਕੇ ਜਿਹੜੇ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿਉਂ ਇਹ ਪਛਾਣਦੇ ਨਾ ਸਨ, ਜਾਣਦੇ ਨਹੀਂ ਸਨ, ਇਹਨਾਂ ਨੂੰ ਅਜੇ ਪਤਾ ਹੀ ਨਹੀਂ ਸੀ ਵੀ ਉਹ ਕਿੱਡੀ ਸ਼ਕਤੀ ਦੇ ਮਾਲਕ ਨੇ। ਉਹ ਤਾਂ ਸਰਵੰਸ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਦੁਨੀਆ ਦੇ ਦੀਨ, ਦੁਨੀਆ ਦੇ ਮਾਲਕ ਹਨ। ਤੇ ਇਸ ਕਾਰਨ ਕਰਕੇ ਜਦੋਂ ਇਹਨਾਂ ਨੇ ਕੀਤਾ, ਇਹਨਾਂ ਨੇ ਇੱਕ ਵੱਡਾ ਸਾਰਾ ਦਰਖਤ ਲਿਆ, ਰਾਤੋਂ ਰਾਤ ਉਹਨੂੰ ਵੱਢ ਕੇ ਕੀਲਾ ਕੱਢ ਦਿੱਤਾ ਤੇ ਆਖਣ ਲੱਗੇ ਸਵੇਰ ਨੂੰ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਆਹ ਘੋੜੇ ਦੇ ਉੱਤੇ ਚੜੋ ਤੇ ਆਹ ਲੋ ਨਿੱਜਾ ਹੱਥ ਦੇ ਵਿੱਚੋਂ ਕੀਲਾ ਪੱਟੋ। ਸਤਿਗੁਰ ਸੱਚੇ ਪਾਤਸ਼ਾਹ ਸਭ ਕੁਝ ਜਾਣ ਸਨ ਭਾਈ। ਉਹਨਾਂ ਨੇ ਘੋੜੇ ਦੇ ਉੱਤੇ ਚੜੇ, ਹੱਥ ਦੇ ਵਿੱਚ ਨੇਜਾ ਫੜਿਆ, ਐਸਾ ਮਾਰਿਆ ਉਸ ਕਿਲੇ ਦੇ ਵਿੱਚ ਕਿ ਜੜਾਂ ਜਿੰਨੀਆਂ ਬਹੁਤ ਤਕੜੀਆਂ ਡੂੰਘੀਆਂ ਜੜਾਂ ਜਿਹੜੀਆਂ ਧਰਤੀ ਦੇ ਵਿੱਚ ਸਨ ਉਹ ਸਾਰੀਆਂ ਖਾੜ ਕੇ ਇਸ ਨੂੰ ਦੂਰ ਸੁੱਟ ਦਿੱਤਾ। ਬੜੇ ਹੈਰਾਨ ਪਰੇਸ਼ਾਨ ਹੋ ਗਏ ਤੇ ਸਤਿਗੁਰਾਂ ਨੇ ਵੀ ਇਹ ਬਚਨ ਕਹਿ ਦਿੱਤਾ ਵੀ ਇਹ ਮੌਤ ਜਿਸ ਤਰ੍ਹਾਂ ਆਹ ਦਰਖਤ ਉਜੜਿਆ, ਇਸੇ ਤਰ੍ਹਾਂ ਮੌਤ ਇਹ ਵੀ ਉਜੜੇਗਾ, ਜ਼ਰੂਰ ਮੌਤ ਨਗਰ ਵੀ ਉਜੜੇਗਾ। ਹੁਣ ਉਹ ਸਾਰਿਆਂ ਨੂੰ ਗਿਆਨ ਹੋ ਗਿਆ ਵੀ ਇਹ ਤਾਂ ਅਕਾਲ ਪੁਰਖ ਰੂਪ ਹੈ, ਇਹ ਤਾਂ ਕੋਈ ਅਗੰਮੀ ਸ਼ਕਤੀ ਦੇ ਮਾਲਕ ਹਨ। ਜਿਹੜਾ ਬਚਨ ਹੀ ਨਹੀਂ ਕਰ ਦਿੱਤਾ ਇਹ ਹੋਣਾ ਜ਼ਰੂਰ ਹੈ। ਜਿਸ ਵੇਲੇ ਵੀ ਸਤਿਗੁਰ ਸੱਚੇ ਪਾਤਸ਼ਾਹ ਦਾ ਵਿਵਾਹ ਹੋ ਗਿਆ ਬੀਬੀ ਗੰਗਾ ਜੀ ਦੇ ਨਾਲ, ਮਾਤਾ ਗੰਗਾ ਜੀ ਦੇ ਨਾਲ, ਤੇ ਮਾਤਾ ਗੰਗਾ ਜੀ ਨੂੰ ਵੀ ਪਤਾ ਲੱਗਿਆ ਵੀ ਸਤਿਗੁਰਾਂ ਨੇ ਆਹ ਬਚਨ ਆਖ ਦਿੱਤਾ ਵੀ ਇਹਨਾਂ ਦਾ ਬਚਨ ਅਟਲ ਹੈ, ਇਹ ਹੋਣਾ ਹੀ ਹੋਣਾ। ਤੇ ਬੇਨਤੀ ਕੀਤੀ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਇਹ ਜਿਹੜਾ ਬਚਨ ਤੁਸੀਂ ਕਿਹਾ ਕੀਤਾ ਇਸ ਨੂੰ ਵਾਪਸ ਲੈ ਲਓ। ਤੇ ਸਤਿਗੁਰ ਆਖਣ ਲੱਗੇ ਵੀ ਇਹ ਤਾਂ ਭਾਈ ਹੋ ਨਹੀਂ ਸਕਦਾ, ਪਰ ਅਸੀਂ ਤੁਹਾਡੀ ਨਿਮਰਤਾ ਦੇਖ ਕੇ, ਤੁਹਾਡਾ ਪ੍ਰੇਮ ਦੇਖ ਕੇ ਅਸੀਂ ਇਹ ਜ਼ਰੂਰ ਕਹਿ ਦਿੰਦੇ ਹਾਂ ਕਿ ਇੱਥੇ ਲਾਗੇ ਨਵੇਂ ਜਗ੍ਹਾ ਦੇ ਉੱਤੇ ਇਹ ਮੌਤ ਨਗਰ ਵਸੇਗਾ। ਅੱਜ ਭਾਈ ਇਹ ਜਿਹੜਾ ਮੌਤ ਸਾਹਿਬ ਹੈ ਸਾਡਾ, ਜਿੱਥੇ ਮਹਾਰਾਜ ਦਾ ਬਹੁਤ ਸੋਹਣਾ ਗੁਰਦੁਆਰਾ ਹੈ, ਇਹ ਨਵੀਂ ਜਗ੍ਹਾ ਦੇ ਉੱਤੇ ਵਸਿਆ ਹੋਇਆ ਹੈ। ਸੋ ਇਸ ਕਾਰਨ ਕਰਕੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ, ਇਸ ਤਰ੍ਹਾਂ ਦੀਆਂ ਪਰਖਾਂ ਉਹਨਾਂ ਸਮਿਆਂ ਦੇ ਵਿੱਚ ਹੀ ਪਾਈਆਂ ਜਾਂਦੀਆਂ ਸਨ। ਇੱਕ ਵਾਰ ਫਿਰ ਬਚਨ ਪੜਿਓ, ਹਰ ਸਤ ਸੱਤੇ ਮੇਰੇ ਬਾਬੁਲਾ, ਹਰ ਜਨ ਮਿਲ ਜੰਜ ਸੁਹੰਦੀ। ਹੁਣ ਉਹ ਜਿਸਲੇ ਮਾਤਾ ਗੰਗਾ ਜੀ ਜਾਂ ਜਿਹੜੇ ਉੱਥੇ ਦੇ ਜੀਵ ਨੇ ਉਹ ਆਖਣ ਲੱਗੇ ਵੀ ਆਹ ਸੱਚੀ ਜੰਜ ਆਈ ਹੈ, ਇਹ ਬਹੁਤ ਸੋਹਣੀ ਸਾਨੂੰ ਲੱਗਦੀ ਹੈ। ਤੇਵ ਕੜੇ ਹਰ ਜਪ ਸੁਹੇਲੀ, ਵਿੱਚ ਸਾਹੁਰੜੇ ਖਰੀ ਸੁਹੰਦੀ। ਜਿਹੜੀ ਜੀਵ ਆਤਮਾ ਸੰਸਾਰ ਦੇ ਉੱਤੇ ਪ੍ਰੀਤਮ ਵਾਹਿਗੁਰੂ ਦੀ ਬੰਦਗੀ ਕਰਦੀ, ਆਪਣੇ ਉਸ ਸੰਸਾਰੀ ਪਤੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਉਹ ਪਰਲੋਕ ਦੇ ਵਿੱਚ ਸੋਹਣੀ ਲੱਗਦੀ, ਖੜੀ ਉਹ ਸੋਭਾ ਪਾਉਂਦੀ ਹੈ। ਸਾਹੁਰੜੇ ਵਿੱਚ ਖਰੀ ਸੁਹੰਦੀ, ਜਿਨ ਪੇਵ ਕੜੇ ਨਾਮ ਸੰਭਾਲਿਆ। ਜਿਨੀ ਪੇਕੇ ਘਰ ਦੇ ਵਿੱਚ ਇਹਨੂੰ ਸੰਸਾਰ ਦੇ ਉੱਤੇ ਉਸ ਪ੍ਰੀਤਮ ਦੇ ਨਾਮ ਨੂੰ ਸੰਭਾਲਿਆ, ਨਾਮ ਧਨ ਇਕੱਠਾ ਕਰ ਲਿਆ, ਫਿਰ ਉਹ ਦਰਗਾਹ ਦੇ ਵਿੱਚ ਜਾ ਕੇ ਬਹੁਤ ਸੋਭਾ ਪਾਉਂਦੀ ਹੈ।
ਸਭ ਸਫਲਿਓ। ਸਭ ਸਫਲਿਓ ਜਨਮ ਤਿਨਾਂ ਦਾ, ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ। ਉਹਨਾਂ ਦਾ ਆਇਆ ਸੰਸਾਰ ਦੇ ਉੱਤੇ ਸਫਲ ਹੈ ਜਨਮ ਉਹਨਾਂ ਦਾ, ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜੀ ਨੂੰ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿੱਤ ਲਿਆ। ਗੁਰਮੁਖਾਂ ਵਾਲਾ ਉਹਨਾਂ ਨੇ ਆਪਣਾ ਰੂਪ ਬਣਾ ਲਿਆ, ਜਿਨ੍ਹਾਂ ਨੇ ਗੁਰਮੁਖਾਂ ਵਾਲਾ ਪਾਸਾ ਢਾਲ ਲਿਆ, ਮਨ ਮੁਖ ਛੱਡ ਕੇ ਗੁਰਮੁਖ ਬਣ ਗਏ। ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਜਨ ਬਣ ਗਏ। ਅਕਾਲ ਪੁਰਖ ਵੱਲੋਂ ਦਿੱਤੇ ਹੋਏ ਗਿਆਨ ਦੇ ਉੱਤੇ ਚੱਲ ਪਏ। ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖ ਆਨੰਦੀ। ਪ੍ਰੀਤਮ ਦੇ ਬਖਸ਼ੇ ਹੋਏ ਜਿਹੜੇ ਸੰਤ ਮਹਾਤਮਾ, ਉੱਚੀ ਮਤ ਦੇ ਮਾਲਕ, ਉੱਚੇ ਗਿਆਨ ਦੇ ਮਾਲਕ, ਉਹਨਾਂ ਦੇ ਨਾਲ ਮਿਲ ਕੇ ਕਹਿੰਦੇ ਵੀ ਇਹ ਕਾਰਜ ਹੋਇਆ। ਉਹਨਾਂ ਨੇ ਮਤ ਦਿੱਤੀ, ਉਹਨਾਂ ਨੇ ਸਿਮਰਨ ਦੀਆਂ ਗਤੀਆਂ ਵਿਧੀਆਂ ਸਮਝਾਈਆਂ, ਉਹਨਾਂ ਨੇ ਨਾਮ ਬਾਰੇ ਗਿਆਨ ਦਿੱਤਾ, ਇਹ ਫਿਰ ਕਾਰਜ ਹੋਇਆ। ਤੇ ਫਿਰ ਕੀ ਹੋਇਆ? ਉਸ ਨਾਲ ਦੇ ਨਾਲ, ਉਸ ਗਿਆਨ ਦੇ ਨਾਲ ਇਸ ਆਤਮਾ ਨੇ ਪਰਮਾਤਮਾ ਨੂੰ ਪਾ ਲਿਆ। ਪਰਮਾਤਮਾ ਦੇ ਨਾਲ ਉਹ ਉਸ ਦਾ ਵਿਆਹ ਹੋ ਗਿਆ। ਤੇ ਉਹ ਜਿਹੜੀ ਆਤਮਾ ਸੀ, ਉਹ ਹੁਣ ਆਨੰਦ ਦੇ ਵਿੱਚ ਜੀਵਨ ਬਤੀਤ ਕਰਨ ਲੱਗ ਪਈ, ਔਰ ਉਹ ਸੰਸਾਰ ਤੇ ਵੀ ਸ਼ੋਭਾ ਪਾ ਰਹੀ ਹੈ। ਉੱਚੀ ਉਸ ਨੂੰ ਸਤਿਕਾਰ ਮਿਲਦਾ, ਤੇ ਦਰਗਾਹ ਦੇ ਵਿੱਚ ਵੀ ਉਸ ਨੂੰ ਸਤਿਕਾਰ ਮਿਲਦਾ ਹੈ। ਹਰ ਸਤ ਸਤ ਮੇਰੇ ਬਾਬੂਲਾ, ਹਰ ਜਨ ਮਿਲ ਜੰਜ ਸੋਹੰਦੀ। ਇਹ ਮੇਰੇ ਪਿਆਰੇ ਸੰਤ ਜਨੋ, ਇਹ ਆਪ ਜੀ ਦੀ ਹੀ ਕਿਰਪਾ ਹੈ। ਹੁਣ ਮੈਨੂੰ ਉਸ ਸੱਚੇ ਪ੍ਰੀਤਮ ਦੇ ਨਾਲ, ਸੱਚੇ ਅਕਾਲ ਪੁਰਖ ਦੇ ਨਾਲ, ਉਹਦੇ ਬਾਰੇ ਮੈਨੂੰ ਤੁਹਾਡੇ ਕੋਲੋਂ ਗਿਆਨ ਹੋ ਗਿਆ। ਹੁਣ ਤੁਹਾਡੀ ਜਿਹੜੀ ਜੰਜ, ਤੁਹਾਡਾ ਜਿਹੜੀ ਇਕੱਤਰਤਾ ਹੈ, ਤੁਹਾਡੀ ਜਿਹੜੀ ਸੰਗਤ ਹੈ, ਉਹ ਮੈਨੂੰ ਬਹੁਤ ਸੋਹਣੀ ਲੱਗਦੀ ਹੈ। ਇਹ ਬੜੀ ਮਨਮੋਹਣੀ ਹੈ। ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵੋ ਦਾਨ ਮੈਂ ਦਾਜੋ। ਹੁਣ ਬੱਚੀ ਆਤਮਾ ਜਿਹੜੀ ਹੈ, ਭਾਵੇਂ ਉਸ ਸੰਸਾਰ ਦੇ ਉੱਤੇ ਮਨੁੱਖਾ ਦੇਹੀ ਦੇ ਵਿੱਚ ਅਸੀਂ ਪੁਰਸ਼ ਹਾਂ ਔਰ ਔਰਤ ਦੇ ਰੂਪ ਦੇ ਵਿੱਚ ਕਿਸੇ ਵਿੱਚ, ਇੱਥੇ ਮਾਲਕ ਆਤਮਾ ਨੂੰ ਗਿਆਨ ਦੇ ਰਹੇ ਨੇ। ਆਤਮਾ ਇੱਕ ਰੂਪ ਹੈ, ਉੱਤੇ ਇੱਕ ਜੋਤ ਹੈ। ਉਹ ਹੁਣ ਉਹ ਜਿਹੜੀ ਆਤਮਾ ਹੈ, ਸਾਧੂ ਜਨਾਂ ਨੂੰ, ਉੱਚਿਆਂ ਨੂੰ, ਸੁੱਚਿਆਂ ਨੂੰ, ਸੋਭਾ ਪਾਉਣ ਵਾਲੇ ਜੀਵਾਂ ਨੂੰ ਇੱਕ ਬੇਨਤੀ ਕਰਦੀ ਹੈ ਕਿ ਮੈਨੂੰ ਹੁਣ ਕੁਝ ਜਿਹੜਾ ਮੇਰਾ ਵਿਆਹ ਹੋਣਾ, ਉਹ ਵਿਆਹ ਤੋਂ ਬਾਅਦ ਦੇ ਵਿੱਚ ਜਿਹੜਾ ਦਾਜ ਦੁਨੀਆ ਦੇ ਵਿੱਚ ਵੀ ਆਪਾਂ ਦਿੰਦੇ ਆ, ਲੋਕ ਤਾਂ ਅੱਜ ਕੱਲ੍ਹ ਮੰਗ ਕੇ ਵਿਚਾਰੇ ਗਰੀਬ ਦੀ ਢੂਈ ਤੋੜ ਦਿੰਦੇ ਨੇ। ਉਹ ਜਿਹੜੇ ਵਿਚਾਰੇ ਜ਼ਿਮੀਂਦਾਰ ਨੇ, ਉਹਨਾਂ ਨੂੰ ਫਾਂਸੀਆਂ ਦੇ ਉੱਤੇ ਆਪਣੇ ਆਪ ਨੂੰ ਬਾਅਦ ਦੇ ਵਿੱਚ ਫਾਹੇ ਲਾ ਲੈਂਦੇ ਨੇ, ਕਿ ਇੰਨਾ ਕਰਜ਼ਾ ਚਾੜ ਦਿੰਦੇ ਨੇ। ਕਿਉਂ? ਕਾਰਨ ਕਰਕੇ, ਕਿਉਂਕਿ ਅਗਲੇ ਮੰਗਦੇ ਬਹੁਤ ਕੁਛ ਹੈ, ਮੰਗਣ ਦੇ ਕਾਰਨ ਕਰਕੇ ਵਿਚਾਰੇ ਬੜੇ ਤੰਗ ਹੁੰਦੇ। ਪਰ ਇੱਥੇ ਹੁਣ ਜਿਹੜਾ ਕਿਸੇ ਨੇ ਮੰਗਣਾ ਨਹੀਂ, ਨਾ ਕੋਈ ਪਹਿਲਾਂ ਮੰਗਿਆ ਕਰਦਾ ਹੁੰਦਾ ਸੀ, ਪਰ ਬੱਚੀ ਵਾਲੇ ਫਿਰ ਵੀ ਕੁਝ ਨਾ ਕੁਝ ਦਿੰਦੇ ਹੁੰਦੇ ਸੀ। ਹੁਣ ਉਹ ਬੱਚੀ ਜਿਹੜੀ ਹੈ, ਉਹ ਆਖਣ ਲੱਗੀ ਮੈਨੂੰ ਹੁਣ ਦਾਜ ਦੇਵੋ। ਮੈਂ ਤੁਹਾਨੂੰ ਦੱਸਦੀ ਕਿਸ ਤਰ੍ਹਾਂ ਦਾ ਮੈਨੂੰ ਦਾਜ ਚਾਹੀਦਾ ਹੈ। ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਮੈਨੂੰ ਨਾਮ ਰੂਪੀ ਕੱਪੜਾ ਦੇਵੋ, ਜਿਹੜਾ ਮੇਰੇ ਸਰੀਰ ਦੇ ਉੱਤੇ, ਤਨ ਦੇ ਉੱਤੇ ਪਾਇਆ ਸੋਹਣਾ ਲੱਗੇ ਤੇ ਮਨ ਦੇ ਵਿੱਚ ਵੀ ਸੋਹਣਾ ਲੱਗੇ। ਤੇ ਮੈਨੂੰ ਪ੍ਰੀਤਮ ਦੀ ਸੋਭਾ ਕਰਨ ਦੀ ਜਾਚ ਸਿਖਾਓ, ਪਤੀ ਦੀ ਸੋਭਾ ਕਰਨ ਦੀ, ਪਤੀ ਦੇ ਹੁਕਮ ਦੇ ਵਿੱਚ ਰਹਿਣ ਦੀ ਮੈਨੂੰ ਜਾਚ ਸਿਖਾਓ, ਜਿਸ ਦੇ ਨਾਲ ਮੇਰਾ ਉਹ ਪ੍ਰਲੋਕ ਦੇ ਵਿੱਚ ਸਾਰੇ ਕਾਰਜ ਨਿਪਟ ਜਾਣ, ਸਾਰੇ ਕਾਰਜ ਸੁਧਾਰੇ ਜਾਣ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ। ਵਾਹਿਗੁਰੂ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜਿਹੜੀ ਭਗਤੀ ਕਰਨੀ, ਉਹ ਦੱਸਦੇ ਨੇ। ਹੁਣ ਬਾਬਲ ਦੇ ਰੂਪ ਦੇ ਵਿੱਚ ਸਾਧੂ ਸੰਤ ਦੱਸ ਰਹੇ ਨੇ, ਕਹਿੰਦੇ ਇਦੋਂ ਸੰਸਾਰ ਦੇ ਉੱਤੇ ਸਭ ਤੋਂ ਸੋਹਣਾ, ਉੱਚਾ ਸੁੱਚਾ ਤੇ ਸਭ ਤੋਂ ਮੁੱਖ ਕਾਰਜ ਜਿਹੜਾ ਹੈ, ਉਹ ਪਰਮਾਤਮਾ ਦੀ ਬੰਦਗੀ ਹੈ। ਉਹ ਪਰਮਾਤਮਾ ਦੀ ਬੰਦਗੀ ਜਿਹੜੀ ਹੈ, ਉਹੀ ਪਰਮਾਤਮਾ ਦਾ ਆਪਾਂ ਹੁਕਮ ਮੰਨਣ ਵਾਲੀ ਗੱਲ ਹੈ। ਸਭ ਤੋਂ ਪਹਿਲਾਂ ਜਿਹੜਾ ਸਾਡਾ ਸਿਮਰਨ ਆਪਾਂ ਕਰਦੇ ਹਾਂ, ਜੋ ਬੰਦਗੀ ਕਰਦੇ ਹਾਂ, ਇਹੀ ਸਭ ਤੋਂ ਵੱਡੀ ਸੇਵਾ ਹੈ। ਕਹਿੰਦੇ ਵੀ ਇਹ ਗੁਰੂ ਮਹਾਰਾਜ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ, ਅਸੀਂ ਇਹੀ ਗਿਆਨ ਤੈਨੂੰ ਦਿੰਦੇ ਹਾਂ। ਬੱਚੀ ਨੂੰ ਕਹਿ ਰਹੇ ਨੇ ਕਿ ਜਿਸ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੀ, ਤੂੰ ਵੀ ਇਹੀ ਕਾਰਜ ਇਹ ਸੰਸਾਰ ਤੇ ਉੱਚਾ ਤੇ ਸੁੱਚਾ ਕਰ। ਉਹ ਹੈ ਭਗਤੀ ਦੇ ਮਾਰਗ ਦੇ ਉੱਤੇ ਚੱਲਣਾ। ਜਦੋਂ ਤੂੰ ਭਗਤੀ ਦੇ ਮਾਰਗ ਦੇ ਉੱਤੇ ਚੱਲੇਂਗੀ, ਤੇਰਾ ਉਹ ਪ੍ਰੀਤਮ ਦੇ ਨਾਲ, ਪਰਮੇਸ਼ਰ ਦੇ ਨਾਲ ਤੇਰਾ ਮਿਲਾਪ ਹੋ ਜਾਵੇਗਾ।
ਖਾਂਡਵਰ ਪਾਂਡ ਹਰ ਸੋਭਾ ਹੋਈ, ਇਹ ਦਾਨ ਨਰ ਲੈ ਰਲਾਇਆ। ਜਿਹੜਾ ਭਗਤੀ ਦਾ ਦਾਨ, ਨਾਮ ਦਾ ਦਾਨ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਇਸ ਆਤਮਾ ਨੂੰ ਦੇ ਦਿੱਤਾ ਭਾਈ। ਔਰ ਉਹ ਦੱਸ ਵੀ ਦਿੱਤਾ ਵੀ ਇਹ ਸਭ ਤੋਂ ਉੱਚਾ ਕਾਰਜ ਹੈ, ਉੱਚਾ ਸੁੱਚਾ ਕਾਰਜ ਹੈ। ਔਰ ਉਹ ਜਿਹੜਾ ਹੈ ਨਾਮ, ਜਿਹੜਾ ਉਹ ਦਾਜ ਦਿੱਤਾ ਗਿਆ, ਉਹ ਦਾਜ ਵੀ ਖੰਡ ਬ੍ਰਹਮੰਡ, ਨਾ ਖੰਡਾਂ ਦੇ ਵਿੱਚ ਨਾ ਬ੍ਰਹਮੰਡਾਂ ਦੇ ਵਿੱਚ ਉਹਦੇ ਵਰਗੀ ਹੋਰ ਕੋਈ ਵਸਤੂ ਨਹੀਂ। ਪਰ ਇਸ ਨਾਮ ਦੀ ਸੋਭਾ ਅਕਾਲ ਪੁਰਖ ਸੰਸਾਰ ਦੇ ਜਿਹੜੇ ਜਪਣ ਵਾਲੇ ਨੇ, ਜਿਨ੍ਹਾਂ ਨੇ ਸਰੀਰ ਦੇ ਉੱਤੇ ਕੱਪੜਾ ਹੀ ਵਾਹਿਗੁਰੂ ਦੇ ਨਾਮ ਦਾ ਪਾ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਮਜੀਠੇ ਰੰਗ ਦੇ ਵਿੱਚ, ਨਾਮ ਦੇ ਵਿੱਚ, ਰੰਗ ਦੇ ਵਿੱਚ ਰੰਗ ਲਿਆ, ਅੰਦਰੋਂ ਕਾਇਆ ਨੂੰ ਰੰਗ ਲਿਆ, ਬਾਹਰੋਂ ਸਰੀਰ ਨੂੰ ਰੰਗ ਲਿਆ, ਆਤਮਾ ਰੰਗ ਲਈ ਭਾਈ। ਫਿਰ ਕੀ ਹੁੰਦਾ? ਉਹਨਾਂ ਦੀ ਖੰਡਾਂ ਬ੍ਰਹਮੰਡਾਂ ਦੇ ਵਿੱਚ ਸੋਭਾ ਹੁੰਦੀ ਆ, ਇੱਥੇ ਵੀ ਤੇ ਉੱਥੇ ਵੀ। ਤੇ ਇਹ ਜਿਹੜਾ ਦਾਨ ਹੈ, ਇਹ ਜਿਹੜਾ ਸ਼ਬਦ ਰੂਪੀ ਹੈ, ਇਹ ਵੀ ਕਿਸੇ ਦੇ ਰਲਾਇਆ ਨਹੀਂ ਰਲਦਾ, ਕਿਸੇ ਹੋਰ ਕੱਚੇ ਦਾਨ ਦੇ ਬਰੋਬਰ ਨਹੀਂ। ਕੱਚੇ ਦਾਨ ਜਿਹੜਾ ਹੈ, ਕੱਚੀਆਂ ਵਸਤੂਆਂ ਨੇ, ਉਹਨਾਂ ਦੇ ਨਾਲ ਨਹੀਂ ਇਹ ਰਲਾਇਆ ਜਾ ਸਕਦਾ, ਕਿਉਂਕਿ ਉਹਨਾਂ ਨਾਲੋਂ ਇਹ ਬਹੁਤ ਉੱਚਾ ਤੇ ਸੁੱਚਾ ਹੈ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਹੰਕਾਰ ਕਚ ਪਾਜੋ। ਨਾਮ ਤੋਂ ਬਗੈਰ ਸੰਸਾਰ ਦੇ ਉੱਤੇ ਬਾਕੀ ਜਿਹੜੇ ਦਾਜ ਨੇ, ਇੱਥੇ ਰਹਿਣ ਵਾਲੇ ਜਿਹੜੇ ਕੱਚੇ ਧਨ ਦੇ ਨਾਲ ਕੱਚੀਆਂ ਵਸਤੂਆਂ ਖਰੀਦਦੇ ਹਾਂ ਤੇ ਲੋਕਾਂ ਨੂੰ ਦਿਖਾ ਰਹੇ ਹਾਂ, ਲੋਕ ਵੀ ਸਾਡੀ ਸ਼ੋਭਾ ਕਰਦੇ, ਦੇਖੋ ਕਿੱਡਾ ਵੱਡਾ ਮਕਾਨ ਇਸ ਨੇ ਲੈ ਲਿਆ, ਕਿੱਡੀਆਂ ਕਿੱਡੀਆਂ ਕਾਰਾਂ ਇਹਦੇ ਮੋਹਰੇ ਖੜੀਆਂ ਨੇ, ਕਿੰਨੇ ਇਸ ਦੇ ਹੁਕਮ ਦੇ ਮੰਨਣ ਵਾਲੇ ਜੀਵ ਖੜੇ ਨੇ, ਕਿੰਨੇ ਜਾਣੇ ਕਿ ਇਸ ਨੇ ਚਪੜਾਸੀ ਰੱਖ ਲੈ, ਕਿੰਨੇ ਨੌਕਰ ਰੱਖ ਲੈ, ਕਿੰਨੇ ਸੇਵਾਦਾਰ ਇਹਦੇ ਘਰ ਸਾਫ਼ ਕਰਨ ਵਾਲੇ ਨੇ, ਕਿੰਨੇ ਖਾਣੇ ਬਣਾਉਣ ਵਾਲੇ ਨੇ। ਬੜਾ ਵੀ ਉਹਨਾਂ ਚੀਜ਼ਾਂ ਦੇ ਨਾਲ ਸਾਡੇ ਅੰਦਰ ਹੰਕਾਰ ਹੁੰਦਾ ਵੀ ਮੇਰੇ ਵਰਗਾ ਤਾਂ ਹੋਰ ਕੋਈ ਇੱਥੇ ਹੈ ਵੀ ਹੈ ਨਹੀਂ। ਕਹਿੰਦੇ ਵੀ ਇਹ ਜਿਹੜਾ ਸਭ ਕੁਛ ਹੈ, ਇਹ ਜਿਹੜਾ ਅਸੀਂ ਲੋਕਾਂ ਨੂੰ ਦਿਖਾਵਾ ਦੇ ਕਰ ਰਹੇ ਹਾਂ, ਇਹ ਸਾਰਾ ਕੂੜ ਹੈ। ਔਰ ਇਹਦੇ ਨਾਲ ਸਾਡੇ ਅੰਦਰ ਅਤ ਦਾ ਹੰਕਾਰ ਆਉਂਦਾ। ਹੰਕਾਰ ਆਉਣ ਦੇ ਨਾਲ ਅਸੀਂ ਪ੍ਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ ਭਾਈ, ਅਸੀਂ ਪ੍ਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਔਰ ਕਈ ਵਾਰ ਜਦੋਂ ਅਸੀਂ ਬੱਚੀ ਨੂੰ ਦਾਜ ਦਿੰਦੇ ਹਾਂ, ਬਹੁਤ ਜ਼ਿਆਦਾ ਦੇ ਦਿੰਦੇ, ਹੀਰੇ ਮੋਤੀਆਂ ਦੇ ਹਾਰ ਵੀ ਦੇ ਦਿੰਦੇ ਨੇ, ਵਿਚਾਰਿਆਂ ਦਾ ਲੱਕ ਟੁੱਟ ਜਾਂਦਾ, ਸਾਰੀ ਉਮਰ ਦੀ ਕਮਾਈ ਲੱਗ ਜਾਂਦੀ, ਤੀਜੇ ਦਿਨ ਬੱਚੀ ਘਰ ਆਣ ਕੇ ਬਹਿ ਜਾਂਦੀ ਹੈ, ਕਿਉਂਕਿ ਉਹਨੂੰ ਅਸੀਂ ਸ਼ੁਭ ਗੁਣ ਦਿੱਤੇ ਹੀ ਨਹੀਂ ਹੁੰਦੇ। ਤੇ ਉਹ ਫਿਰ ਜਿਹੜੇ ਲੋਕ ਨੇ, ਉਹਨਾਂ ਦਾ ਕੀ ਹਾਲ ਹੁੰਦਾ, ਤੁਸੀਂ ਆਪ ਇਹਦੂ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ। ਸੋ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਜਿਹੜਾ ਦਿਖਲਾਵੇ ਵਾਲਾ ਦਾਜ ਹੈ, ਇਹ ਤਾਂ ਸਾਰਾ ਕੂੜ ਤੇ ਅਹੰਕਾਰ ਦਾ ਹੀ ਇੱਕ ਰੂਪ ਹੈ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਇਹ ਮੇਰੇ ਪਿਤਾ, ਇਹ ਮੇਰੇ ਸੰਤ ਜਨੋ, ਮੈਨੂੰ ਉਹ ਦਾਜ ਦੇਵੋ ਜਿਸ ਦਾਨ ਦੇ ਨਾਲ ਮੇਰੀ ਸੰਸਾਰ ਤੇ ਤਾਂ ਦਰਗਾਹ ਦੇ ਵਿੱਚ ਸ਼ੋਭਾ ਹੋਵੇ, ਉਹ ਹੈ ਨਾਮ ਦਾ ਦਾਨ, ਉਹ ਮੈਨੂੰ ਦੇਵੋ। ਹਰ ਰਾਮ ਰਾਮ ਮੇਰੇ ਬਾਬੁਲਾ, ਫਿਰ ਮਿਲ ਤਨ ਵੇਲ ਵਦੰਦੀ। ਤੁਰਨ ਲੱਗੀ ਬੱਚੀ ਵੀ ਇੱਥੇ ਆਪਣੇ ਬਾਪ ਦੇ, ਆਪਣੀਆਂ ਭੈਣਾਂ ਦੇ, ਆਪਣੇ ਭਰਾਵਾਂ ਦੇ ਗਲ ਲੱਗ ਲੱਗ ਕੇ ਰੋਂਦੀ ਹੈ ਵੀ ਮੈਂ ਹੁਣ ਇਹ ਜਿੱਦੂ ਘਰ ਦੇ ਵਿੱਚ ਸਦਾ ਆਨੰਦ ਮਾਣਾ, ਇੱਥੋਂ ਜਾ ਕੇ ਮੈਂ ਹੁਣ ਨਵੇਂ ਘਰ ਦੇ ਵਿੱਚ ਜਾ ਰਹੀ ਹਾਂ, ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦੇ ਜੀਵ ਵਸਦੇ ਹੋਣਗੇ, ਕਿਸ ਤਰ੍ਹਾਂ ਦੇ ਉਹਨਾਂ ਦੇ ਵਰਤਾਓ ਹੋਣਗੇ, ਕਿਸ ਤਰ੍ਹਾਂ ਹੋਏਗਾ। ਸੋ ਉਹ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਵੀ ਸਾਨੂੰ ਇੱਥੇ ਗਿਆਨ ਦਿੰਦੇ ਨੇ ਭਈ ਤੂੰ ਅੰਤ ਦੇ ਸਮੇਂ ਦੇ ਉੱਤੇ ਜਦੋਂ ਤੂੰ ਇੱਥੋਂ ਜਾਣਾ ਹੈ, ਤੂੰ ਉਹ ਆਪਣੇ ਪ੍ਰੀਤ ਆਪਣੇ ਬਾਪ ਨੂੰ, ਜਾਂ ਜਿਹੜੀ ਇਸ ਸਭਾ ਦੇ ਵਿੱਚੋਂ ਤੈਨੂੰ ਸਭ ਕੁਝ ਪ੍ਰਾਪਤ ਹੋਇਆ, ਜਿਹੜੀ ਸੰਗਤ ਦੇ ਵਿੱਚੋਂ ਤੈਨੂੰ ਸਭ ਕੁਝ ਪ੍ਰਾਪਤ ਹੋਇਆ, ਹੁਣ ਪ੍ਰਾਪਤ ਕਰਕੇ ਤੂੰ ਤੁਰ ਰਹੀ ਹੈ ਇੱਥੋਂ, ਤਾਂ ਤੂੰ ਉਹਨਾਂ ਨੂੰ ਜਾਣ ਕੇ ਪੈਰੀ ਪੈ ਕੇ, ਚਰਨਾਂ ਤੇ ਹੱਥ ਰੱਖ ਕੇ ਉਹਨਾਂ ਨੂੰ ਹੁਣ ਨਮਸਕਾਰ ਕਰ ਰਹੀ ਹਾਂ। ਆਖਣ ਲੱਗੀ, ਉਹ ਕਹਿ ਰਹੀ ਆ ਤੂੰ ਭੇ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਮੈਨੂੰ ਜੀਵਨ ਦਾ ਗਿਆਨ ਤੁਸੀਂ ਦਿੱਤਾ ਹੈ, ਉਹ ਗਿਆਨ ਦੇ ਨਾਲ ਹੁਣ ਮੇਰੀ ਵੇਲ ਵਧਣ ਲੱਗੀ ਹੈ। ਉਹ ਵੇਲ ਵਧਣ ਦਾ ਮਤਲਬ ਇਹ ਨਹੀਂ ਇੱਥੇ ਜਿੱਦਾਂ ਇਹ ਵੀ ਕਹਿੰਦੇ ਪੁੱਤੀ ਗੰਢ ਪਵੇ ਸੰਸਾਰ, ਜਾਣੀ ਕਿ ਜਿਸ ਵੇਲੇ ਸਾਡੇ ਘਰ ਦੇ ਵਿੱਚ ਜੀਵ ਹੁੰਦਾ ਤੇ ਕਹਿੰਦੇ ਆ ਵੀ ਹਾਂ ਵੀ ਫਲਾਣੇ ਦੀ ਵੀ ਵੇਲ ਵੱਧ ਗਈ, ਉਸ ਦੀ ਪੀੜ੍ਹੀ ਚੱਲ ਪਈ। ਹੁਣ ਇੱਥੇ ਜਿਹੜੀ ਵੇਲ ਵਧਣ ਦੀ ਗੱਲ ਕਰਦੀ ਆ ਕਿ ਤੁਹਾਡੀ ਕਿਰਪਾ ਦੇ ਨਾਲ ਮੈਂ ਜਦੋਂ ਆਪਣੇ ਨਗਰ ਦੇ ਵਿੱਚ ਜਾਵਾਂਗੀ, ਉੱਥੇ ਜਾ ਕੇ ਦੂਸਰਿਆਂ ਨੂੰ ਨਾਮ ਦਾ ਗਿਆਨ ਦੇਵਾਂਗੀ, ਉੱਥੇ ਮੇਰੀਆਂ ਸਖੀਆਂ ਸਹੇਲੀਆਂ ਜਿਹੜੀਆਂ ਬਣਨਗੀਆਂ, ਉਹ ਹੈ ਇਹ ਸਤ ਸੰਗਤ ਦੀ ਮੇਰੀ ਵੇਲ ਵਧੇਗੀ। ਹਰ ਜੁਗ ਹੈ ਜੁਗੋ, ਜੁਗ ਜੁਗ ਹੈ
जुगो सद पीढ़ी गुरु चलंदी। जिस गुरु वाहिगुरु ਦਾ ਤੁਸੀਂ ਮੈਨੂੰ ਗਿਆਨ ਦਿੱਤਾ, ਪ੍ਰਮਾਤਮਾ ਦਾ ਗਿਆਨ ਦਿੱਤਾ, ਉਸ ਦੀ ਪੀੜ੍ਹੀ ਇੱਕ ਯੁੱਗ ਦੇ ਵਿੱਚ ਨਹੀਂ, ਉਹ ਤਾਂ ਜੁਗਾ ਜਗੰਤਰਾਂ ਦੇ ਵਿੱਚ ਚੱਲਦੀ ਆਈ ਹੈ ਤੇ ਜੁਗਾ ਜਗੰਤਰਾਂ ਦੇ ਵਿੱਚ ਚੱਲਦੀ ਰਹੇਗੀ। ਇੱਥੋਂ ਅਨੁਭਵ ਇਹ ਕਰਨਾ ਆਪਾਂ ਵੀ ਵਾਹਿਗੁਰੂ ਦੀ ਸਿਫਤ ਸਲਾਹ ਜਿਹੜੀ ਹੈ ਜੋ ਜੀਵ ਕਰ ਰਹੇ ਨੇ, ਉਹ ਇੱਥੇ ਹੀ ਨਹੀਂ ਇਕੱਲੇ ਕਰ ਰਹੇ, ਪਹਿਲਾਂ ਵੀ ਕਰਦੇ ਸਨ, ਅਗਾਂਹ ਵੀ ਕਰਦੇ ਰਹਿਣਗੇ, ਪਰ ਵਿਰਲੇ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੀ ਪੀੜ੍ਹੀ ਤਾਂ ਸਦਾ ਹੀ ਚੱਲਦੀ ਆਈ ਹੈ, ਚੱਲਦੀ ਰਹੇਗੀ, ਚੱਲਦੀ ਰਹਿੰਦੀ ਹੈ ਤੇ ਚੱਲਦੀ ਰਹੇਗੀ। जुग जुग पीढ़ी चलै सतगुर की, जिनि गुरमुख नाम ते आया। ਪਰਮਾਤਮਾ ਦੀ ਸਿਫਤ ਸਲਾਹ ਸੰਸਾਰ ਦੇ ਉੱਤੇ ਤਾਂ ਇੱਕ ਪਾਸੇ, ਇਹ ਹਰ ਜਗ੍ਹਾ ਦੇ ਉੱਤੇ ਫੈਲੀ ਹੋਈ ਹੈ, ਹਰ ਜਗ੍ਹਾ ਦੇ ਉੱਤੇ ਉਹ ਸਤ ਸੰਗੀ ਜੁੜਦੇ ਜਾ ਰਹੇ ਨੇ ਤੇ ਕਿਹਨਾਂ ਦੇ ਨਾਲ, ਜਿਨ੍ਹਾਂ ਗੁਰਮੁਖਾਂ ਨੇ ਨਾਮ ਆਪ ਜਪਿਆ, ਜੀਵਨ ਦੀ ਬਾਜੀ ਨੂੰ ਜਿੱਤਿਆ ਔਰ ਦੂਸਰਿਆਂ ਨੂੰ ਪ੍ਰੇਰਨਾ ਕਰਦੇ ਨੇ ਕਿ ਭਾਈ ਸੁਚੇਤ ਹੋ। ਇਹ ਗੂੜੀ ਨੀਂਦ ਦੇ ਵਿੱਚ ਉੱਠ ਕੇ ਉਹ ਜਿਹਨੇ ਸੱਚਾ ਜੀਵਨ ਤੈਨੂੰ ਦਿੱਤਾ, ਜਿਹਨੇ ਸਭ ਕੁਝ ਹੀ ਤੈਨੂੰ ਦੇ ਦਿੱਤਾ, ਉਸ ਦੀ ਸਿਫਤ ਸਲਾਹ ਕਰ ਲਾ ਤੇ ਇਹ ਜੁਗਾ ਜਗੰਤਰਾਂ ਦੇ ਵਿੱਚ ਪੀੜ੍ਹੀ ਚੱਲਦੀ ਆਈ ਹੈ, ਚੱਲਦੀ ਰਹੇਗੀ। ਉਹਨਾਂ ਦੇ ਨਾਲ, ਉਹਨਾਂ ਦੇ ਰਾਹੀਂ ਜਿਹੜੇ ਗੁਰਮੁਖਾਂ ਨੇ ਪ੍ਰੀਤਮ ਦੇ ਨਾਲ ਪਿਆਰ ਅਟੁੱਟ ਪਾ ਲਿਆ ਤੇ ਨਾਮ ਦੇ ਵਿੱਚ ਜੁੜ ਕੇ ਉਸ ਨਾਮ ਦਾ ਹੀ ਰੂਪ ਹੋ ਗਏ। ਹਰ ਪੁਰਖ ਨ ਕਬਹੀ ਬਿਨਸੈ ਜਾਵੈ, ਨਿਤ ਦੇਵੈ ਚੜੈ ਸਵਾਇਆ। ਉਹ ਜਿਹੜੇ ਪੁਰਖ ਨੇ ਭਾਈ, ਉਹਨਾਂ ਦੇ ਕੋਲੋਂ ਪ੍ਰੀਤਮ ਦੀ ਸਿਫਤ ਕਦੀ ਬਿਨਸਦੀ ਨਹੀਂ, ਕਿਉਂਕਿ ਸਤਿਗੁਰ ਆਪ ਕਿਰਪਾ ਕਰ ਦਿੰਦੇ ਨੇ, ਅਭੇਦ ਹੋ ਜਾਂਦੇ ਨੇ ਵਾਹਿਗੁਰੂ ਦੇ ਵਿੱਚ ਉਹ। ਤੇ ਫਿਰ ਉਹ ਜਿਹੜਾ ਦਾਨ ਹੈ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦਾ ਮੈਂ ਬੇਨਤੀ ਕੀਤੀ ਸੀ ਇੱਕ ਦਿਨ, ਕਿਸੇ ਦੇ ਨਾਲ ਟੈਲੀਫੋਨ ਤੇ ਵੀ ਮੈਂ ਬੀਬੀਆਂ ਦਾ ਕੁਝ ਪ੍ਰਾਣੀਆਂ ਦਾ ਆਇਆ ਸੀ ਤੇ ਉਹਨਾਂ ਨੂੰ ਇਹ ਗੱਲ ਕਰਦੇ ਆਖਣ ਲੱਗੇ, ਬਾਬਾ ਜੀ ਵੀ ਜੇ ਅਸੀਂ ਅੰਮ੍ਰਿਤ ਛਕੇ ਤੋਂ ਬਗੈਰ ਹੀ ਵਾਹਿਗੁਰੂ ਕਰੀ ਚੱਲੀਏ ਕਿੰਨਾ ਕੁ ਫਲ ਮਿਲੇਗਾ। ਬੇਨਤੀ ਕੀਤੀ ਵੀ ਤੁਸੀਂ ਸਕੂਲ ਦੇ ਬਾਹਰ ਬੈਠ ਕੇ ਜਿੰਨੀ ਮਰਜ਼ੀ ਵਿਦਿਆ ਹਾਸਲ ਕਰ ਲਵੋ, ਸਰਟੀਫਿਕੇਟ ਨਹੀਂ ਮਿਲਣਾ, ਪਾਸ ਹੋਏ ਕਿ ਫੇਲ ਹੋਏ, ਫਲ ਤਾਂ ਜ਼ਰੂਰ ਮਿਲੇਗਾ ਪਰ ਉਹਨਾਂ ਨਹੀਂ। ਜਦੋਂ ਤੁਸੀਂ ਕੱਚੇ ਪਿੱਲੇ ਹੁੰਦੇ ਆ, ਨਿਰੰਕਾਰ ਦੇ ਨਹੀਂ ਬਣਦੇ, ਉਦੋਂ ਇੱਕ ਵਾਰੀ ਵਾਹਿਗੁਰੂ ਕਹਿਦਾ, ਇੱਕ ਵਾਰੀ ਵਾਹਿਗੁਰੂ ਦਾ ਫਲ ਮਿਲਣਾ। ਜਿੱਦਣ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਆਪਣਾ ਬਾਪੂ ਬਣਾ ਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਦੇ ਕੋਲੋਂ ਨਾਮ ਲੈ ਲਿਆ, ਭਾਈ ਇਹ 3.5 ਕਰੋੜ ਇੱਕ ਵਾਰ ਕਿਹਾ ਹੋਏ ਨਾਮ ਦਾ ਤੁਹਾਨੂੰ ਫਲ ਮਿਲੇਗਾ। ਤਾਂ ਇੱਥੇ ਵੀ ਸਤਿਗੁਰ ਕਹਿੰਦੇ ਨੇ ਵੀ ਜਿਸ ਵੇਲੇ ਅਸੀਂ ਉਹ ਜਿਹੜਾ ਦਾਨ ਇਕੱਠਾ ਕਰਦੇ ਹਾਂ, ਧਨ ਇਕੱਠਾ ਕਰਦੇ ਹਾਂ, ਉਹ ਸੁਚੇਤ ਹੋ ਕੇ ਰੱਖਦੇ ਹਾਂ, ਉਹ ਕਦੀ ਵੀ ਖਤਮ ਨਹੀਂ ਹੁੰਦਾ। ਸੋ ਉਹ ਦਾਨ ਵੱਧਦਾ ਹੀ ਜਾਂਦਾ ਹੈ। ਨਾਨਕ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ। ਇੱਥੇ ਸਾਰੀਆਂ ਸ਼ੰਕਾਂ ਕੱਢ ਦਿੱਤੀਆਂ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ। ਜਿਹੜੇ ਬਾਬਲ ਜਿਹਨੂੰ ਆਪਾਂ ਕਹਿ ਰਹੇ ਸਾਂ, ਬਾਪ ਦੀ ਗੱਲ ਕਰ ਰਹੇ ਸਾਂ, ਸੰਤਾਂ ਦੀ ਗੱਲ ਕਰ ਰਹੇ ਸਾਂ, ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ੰਕਾ ਹੀ ਕੱਢ ਦਿੱਤੀ ਸਾਰੇ ਸੰਸਾਰ ਦੀ। ਆਖਣ ਦੇ ਨਾਨਕ ਸੰਤ ਹਰ ਏਕੋ, ਕਹਿੰਦੇ ਵੀ ਨਿਰੰਕਾਰ ਕਹਿੰਦੇ ਵਾਹਿਗੁਰੂ ਤੇ ਜਿਹੜੇ ਉਹਦੇ ਬਖਸ਼ੇ ਹੋਏ ਨਾ ਉਹ ਇੱਕੋ ਹੀ ਰੂਪ ਹਨ। ਹਰ ਰਾਮ ਮੇਰੇ ਬਾਬੂਲਾ, ਮੇਰ ਪਿਰ ਮਿਲ ਤਨ ਵੇਲ ਵਦੰਦੀ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਵੀ ਉਹ ਸੰਤ ਤੇ ਸੰਤ ਇੱਕੋ ਰੂਪ ਹੋ ਗਏ। ਉਹ ਹੋਏ ਕਿਦਾਂ? ਕਹਿੰਦੇ ਹਰ ਜਪ ਨਾਮ ਸੁਹੰਦੇ, ਉਹਨਾਂ ਨੇ ਪ੍ਰੀਤਮ ਦਾ ਨਾਮ ਜਪਿਆ, ਸੋਭਾ ਪਾਈ ਸੰਸਾਰ ਦੇ ਉੱਤੇ, ਆਪਣੇ ਆਪ ਨੂੰ ਖਤਮ ਕਰ ਦਿੱਤਾ, ਆਪਣੇ ਆਪ ਨੂੰ ਸ਼ਬਦ ਦੇ ਵਿੱਚ ਭੇਦ ਕਰ ਦਿੱਤਾ। ਜਿਸ ਵੇਲੇ ਉਹ ਅਭੇਦ ਹੋ ਗਿਆ ਫਿਰ ਉਹਨਾਂ ਦੀ ਸੋਭਾ ਹੁੰਦੀ ਹੈ। ਉਹ ਹੋ ਵੀ ਰਹੀ ਸੱਚਿਆਂ ਦੀ, ਤੁਸੀਂ ਵੀ ਕਰ ਰਹੇ ਹੋ, ਅਸੀਂ ਵੀ ਕਰ ਰਹੇ ਹਾਂ, ਐਸੀ ਗੱਲ ਨਹੀਂ। ਤਾਂ ਫਿਰ ਵਾਹਿਗੁਰੂ ਕਹਿੰਦੇ ਨੇ ਹਰ ਰਾਮ ਮੇਰੇ ਬਾਬਲਾ, ਹੇ ਮੇਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ, ਮੇਰੇ ਸਾਧੂ ਜਨੋ, ਪ੍ਰੀਤਮ ਜੀਓ, ਵਾਹਿਗੁਰੂ ਜੀਓ, ਸੰਤ ਜੀਓ, ਉਹ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਦੇ ਵਿੱਚ ਹੀ ਰਮਿਆ ਹੋਇਆ ਹੈ। ਹਰ ਰਾਮ ਹੁਣ ਇੱਥੇ ਜਿਹੜਾ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਹ ਸਾਰਿਆਂ ਦਾ ਹੀ ਪਤੀ ਪਰਮਾਤਮਾ ਹੈ। ਸ਼ੁਭ ਗੁਣਾਂ ਵਾਲੀ ਜਿਹੜੀ ਆਤਮਾ ਹੈ, ਇੱਥੋਂ ਆਪਣਾ ਜੀਵਨ ਸਫਲ ਕਰਕੇ ਜਾਂਦੀ ਹੈ। ਉਸ ਦੀ ਗੁਣਾਂ ਦੀ ਬੇਲ ਵੱਧਦੀ ਹੈ,
ਹੋਰ ਉਹ ਜਿੱਦਾਂ ਜਿੱਦਾਂ ਨਾਮ ਦਾ ਧਨ ਇਕੱਠਾ ਕਰਦੀ ਉਹਦੇ ਜਿਹੜੇ ਗੁਣ ਨੇ ਉਹ ਵੱਧਦੇ ਜਾਂਦੇ ਨੇ। ਇੱਥੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕਿਰਪਾ ਕਰਕੇ ਦੱਸਦੇ ਨੇ ਵੀ ਉਹ ਸ਼ੁਭ ਗੁਣਾਂ ਦੀ ਵੇਲ ਵੱਧਦੀ ਰਹਿੰਦੀ, ਪਰ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ। ਹੁਣ ਇਹ ਅੱਜ ਦੀ ਸੇਵਾ ਆਪ ਜੀ ਨੇ ਇੰਨੀ ਹੀ ਪ੍ਰਵਾਨ ਕਰ ਲੈਣੀ। ਮਿਹਰ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਵੀ ਸਾਡੇ ਉੱਤੇ ਸਿਰ ਤੇ ਮਿਹਰ ਭਰਾ ਹੱਥ ਰੱਖੇ, ਸਾਡੀਆਂ ਹੋਈਆਂ ਭੁੱਲਾਂ ਨੂੰ ਤੁਸੀਂ ਨਹੀਂ ਚਿਤਾਰਨਾ, ਕਿਰਪਾ ਕਰਨੀ, ਰਹਿਮ ਕਰਨੀ, ਅਰਦਾਸ ਕਰਨੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਤਿਗੁਰ ਬਚਾ ਕੇ, ਇਹ ਤ੍ਰਿਸ਼ਨਾ ਨਿੰਦਿਆ ਚੁਗਲੀ ਤੋਂ ਬਚਾ ਕੇ ਸਤਿਗੁਰ ਆਪਣੇ ਚਰਨਾਂ ਨਾਲ, ਤੁਹਾਡੇ ਚਰਨਾਂ ਦੇ ਨਾਲ ਸਾਨੂੰ ਜੋੜੀ ਰਹੇ। ਅਸੀਂ ਵੀ ਕੁਝ ਨਾ ਕੁਝ ਇੱਥੋਂ ਜਿਹੜੇ ਸ਼ੁਭ ਕਰਮ ਕਰਕੇ ਅਸੀਂ ਵੀ ਆਪਣੇ ਸ਼ੁਭ ਗੁਣਾਂ ਦੀ ਵੇਲ ਨੂੰ ਵਧਾ ਕੇ ਜਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।